संगत पावै, भागहीन भ्रम चोटां खावै। जिस प्राणाधारी जीव दे मत्थे दे वड्डे भाग हुंदे आ, ਉਹ सतसंग विच आ चल करके आउंदा। जिन्हां दे मत्थे दे माड़े भाग खोटे भाग हुंदे आ, ਉਹ ਥਾਂ ਤੇ ਭਰਮਦੇ ਫਿਰਦੇ ਆ। ਗੁਰੂ ਦਾ ਦਰ ਛੱਡ ਕਰਕੇ ਥਾਵਾਂ ਤੇ ਭਟਕਦੇ ਆ। ਉਹਨਾਂ ਲੋਕਾਂ ਦੇ ਪਰਥਾਏ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ ਕਿ ਹਰ ਇੱਕ ਬੰਦੇ ਦੀ ਸੋਚ ਇੱਛਾ ਇਹ ਹੁੰਦੀ ਆ ਕਿ ਮੈਂ ਵੱਧ ਤੋਂ ਵੱਧ ਸੁੱਖ ਮਾਣਾ, ਸੁੱਖਾਂ ਦੀ ਪ੍ਰਾਪਤੀ ਹੋਵੇ। ਸੁੱਖਾਂ ਨੂੰ ਲੱਭਦਾ, ਸੁੱਖਾਂ ਦੀ ਪ੍ਰਾਪਤੀ ਵਾਸਤੇ ਅਨੇਕਾਂ ਯਤਨ ਕਰਦਾ, ਅਨੇਕਾਂ ਦੁਆਰਿਆਂ 'ਤੇ ਜਾਂਦਾ। ਇੱਕ ਦੁਆਰੇ 'ਤੇ ਗਿਆ, ਸੁੱਖ ਨਹੀਂ ਮਿਲਿਆ, ਉਹਨੂੰ ਛੱਡ ਦਿੱਤਾ ਅਤੇ ਅਗਲੇ ਦੁਆਰੇ 'ਤੇ ਹੋ ਗਿਆ। ਉੱਥੋਂ ਸੁੱਖ ਨਹੀਂ ਮਿਲਿਆ, ਅਗਲੇ ਦੁਆਰੇ 'ਤੇ ਹੋ ਗਿਆ, ਪਰ ਸੁੱਖ ਉੱਥੋਂ ਵੀ ਨਹੀਂ ਮਿਲਿਆ। ਇਹਨਾਂ ਲੋਕਾਂ ਦੇ ਬਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇੱਕ ਅਵਾਰਾ ਕੁੱਤੇ ਦੀ ਉਦਾਹਰਣ ਦਿੰਦੇ ਆ ਕਿ ਇਹਨਾਂ ਲੋਕਾਂ ਦਾ ਵੀ ਜੀਵਨ, ਸੋਚ, ਵਿਹਾਰ ਇੱਕ ਅਵਾਰਾ ਕੁੱਤੇ ਵਾਲਾ ਬਣ ਗਿਆ। ਜਿਹੜਾ ਅਵਾਰਾ ਕੁੱਤਾ ਹੁੰਦਾ ਹੈ, ਗੁਰਮੁਖੋਂ ਗਲੀਆਂ 'ਚ ਤੁਰਿਆ ਫਿਰਦਾ। ਜਦੋਂ ਕਿਸੇ ਘਰ ਵਿੱਚ ਖਾਣ ਪੀਣ ਜਾਣ ਵਾਸਤੇ ਉਹ ਯਤਨ ਕਰਦਾ ਅਤੇ ਘਰ ਦੇ ਮਾਲਕ ਉਹਨੂੰ ਭਜਾਉਂਦੇ, ਝਿੜਕਦੇ ਅਤੇ ਡੰਡਾ ਵੀ ਮਾਰਦੇ ਆ। ਇਹਨਾਂ ਲੋਕਾਂ ਦੀ ਹਾਲਤ ਵੀ ਸੱਚੇ ਪਾਤਸ਼ਾਹ ਜੀ ਨੇ ਅਵਾਰਾ ਕੁੱਤੇ ਦੇ ਨਾਲ ਤੁਲਨਾ ਕਰਕੇ ਪਾਵਨ ਗੁਰਬਾਣੀ ਅੰਦਰ ਜ਼ਿਕਰ ਕੀਤਾ। ਸੁਖ ਕੇ ਹੇਤ ਬਹੁਤ ਦੁੱਖ ਪਾਵਤ। ਜਾਂਦਾ ਸੁੱਖ ਵਾਸਤੇ ਆ ਪਰ ਮਿਲਦਾ ਦੁੱਖ ਆ। ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਅਨੇਕਾਂ ਦੁਆਰਿਆਂ 'ਤੇ ਜਾ ਕਰਕੇ ਪੂਜਾ ਵੀ ਕਰਦਾ, ਸੇਵਾ ਵੀ ਕਰਦਾ ਅਤੇ ਦਾਨ ਵੀ ਕਰਦਾ। ਦੁਆਰ ਹੈ ਦੁਆਰ ਸਵਾਨ ਜਿਉਂ ਡੋਲਤ। ਦੁਆਰ ਕਹਿੰਦੇ ਦਰਵਾਜ਼ੇ ਨੂੰ ਅਤੇ ਸਵਾਨ ਕਹਿੰਦੇ ਕੁੱਤੇ ਨੂੰ ਅਤੇ ਡੋਲਤ ਕਹਿੰਦੇ ਭਰਮਣ ਨੂੰ, ਫਿਰਮਣ ਨੂੰ। ਦੁਆਰ ਹੈ ਦੁਆਰ ਸਵਾਨ ਜਿਉਂ ਡੋਲਤ, ਨਹਿ ਸੁਧ ਰਾਮ ਭਜਨ ਕੀ। ਤੁਰਿਆ ਫਿਰਦਾ ਪਰ ਨਾਮ ਨਹੀਂ ਜਪਦਾ। ਨਾਮ ਜਪ ਕਰਕੇ ਸੁੱਖ ਮਿਲਣਾ ਸੀ ਪਰ ਉਹ ਯਤਨ ਨਹੀਂ ਕੀਤਾ। ਫਿਰ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਅੰਦਰ ਕਥਨ ਕਰਦੇ ਆ, ਨਾਨਕ ਦੁਖੀਆ ਸਭ ਸੰਸਾਰ। ਇਹ ਰੋਗ ਕੋਈ ਇੱਕ ਦੋ ਚਾਰ ਮਨੁੱਖਾਂ ਨੂੰ ਨਹੀਂ, ਸਾਰੀ ਦੁਨੀਆ ਨੂੰ ਹੀ ਆਏ ਰੋਗ। ਇਹ ਦੁਨੀਆ ਨੂੰ ਰੋਗ ਲੱਗਾ, ਦੁੱਖਾਂ ਦੇ ਨਾਲ ਸਾਰੀ ਦੁਨੀਆ ਭਰੀ ਪਈ ਆ। ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਅੰਦਰ ਜ਼ਿਕਰ ਕਰਦੇ ਆ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਅਸੀਂ ਸਾਰਾ ਸੰਸਾਰ ਆਪਣੇ ਨੇਤਰਾਂ ਨਾਲ ਤੱਕਿਆ, ਨਾਮ ਤੋਂ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ,
ऐसा जग देखियो जुआरी, सब सुख मंगै नाम विसारी। नाम ਨੂੰ ਭੁਲਾ ਕਰਕੇ ਮੰਗਦਾ ਸਾਰੇ ਸੁੱਖ ਆ, ਪਰ ਨਾਮ ਨਹੀਂ ਜਪਦਾ। ਨਾਮ ਦੇ ਨਾਲ ਗੁਰਮੁਖੋ ਸੁੱਖ ਮਿਲਨੇ ਸੀ। ਇਹ ਸੁੱਖ ਪੈਸੇ ਨਾਲ ਨਹੀਂ ਮਿਲਦੇ। ਇਹ ਸੁੱਖ ਦੇਸ਼ ਛੱਡ ਕਰਕੇ ਤੇ ਪ੍ਰਦੇਸ਼ ਜਾ ਕੇ ਵੀ ਗੁਰਮੁਖੋ ਸੁੱਖ ਨਹੀਂ ਮਿਲਦੇ। ਇਹ ਸੁੱਖ ਤਰ੍ਹਾਂ ਤਰ੍ਹਾਂ ਦੀਆਂ ਨਿਰਤਕਾਰੀਆਂ, ਜਿਵੇਂ ਡਰਾਮੇ, ਸਰਕਸ ਵੇਖਣੀ, ਫਿਲਮਾਂ ਵੇਖਣੀਆਂ, ਗੰਦੇ ਸੀਰੀਅਲ ਦੇਖਣੇ, ਇਹਨਾਂ ਦੇ ਨਾਲ ਵੀ ਗੁਰਮੁਖੋ ਸੁੱਖ ਨਹੀਂ ਮਿਲਦਾ। ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਅੰਦਰ ਇਹਨਾਂ ਕਾਰਜਾਂ ਦੀ ਤੁਲਨਾ ਦੇ ਕਰਕੇ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ, ਸੁੱਖ ਨਾਹੀਂ ਬਹੁਤਾ ਤਨ ਖਾਟੇ। ਬੰਦਾ ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਪੈਸਾ ਕਮਾਉਣ ਦਾ ਯਤਨ ਕਰਦਾ ਕਿ ਮੇਰੇ ਕੋਲ ਵੱਧ ਤੋਂ ਵੱਧ ਪੈਸਾ ਹੋਵੇ, ਸ਼ਾਇਦ ਪੈਸੇ ਦੇ ਨਾਲ ਮੈਂ ਸੁੱਖ ਸਹੂਲਤਾਂ ਮਾਣਾਂਗਾ। ਗੁਰਮੁਖੋ ਪੈਸਾ ਇਕੱਠਾ ਕਰ ਲਿਆ, ਸ਼ੂਗਰ ਦਾ ਜਾਂ ਹੋਰ ਭਿਆਨਕ ਬਿਮਾਰੀ ਦਾ ਰੋਗ ਲੱਗ ਗਿਆ, ਮਨ ਕਰਦਾ ਵਧੀਆ ਪਦਾਰਥ ਛਕਣ ਵਾਸਤੇ, ਪਰ ਡਰਦਾ ਮੈਨੂੰ ਸ਼ੂਗਰ ਆ, ਮੈਂ ਮਿੱਠਾ ਨਹੀਂ ਖਾਣਾ। ਕੀ ਪੈਸੇ ਦੇ ਨਾਲ ਸੁੱਖ ਮਿਲਿਆ? ਸੁੱਖ ਨਾਹੀਂ ਬਹੁਤਾ ਤਨ ਖਾਟੇ। ਫਿਰ ਪੈਸਾ ਕਮਾਉਣ ਦੇ ਨਾਲ, ਜ਼ਿਆਦਾ ਧਨਵਾਨ ਅਮੀਰ ਬਣਨ ਦੇ ਨਾਲ ਵੀ ਗੁਰਮੁਖੋ ਬੰਦਾ ਸੁਖੀ ਨਹੀਂ ਹੁੰਦਾ। ਸੁੱਖ ਨਾਹੀਂ ਪੇਖੇ ਨਿਰਤ ਨਾਟੇ। ਨਾਟਕ ਵੇਖਣੇ, ਨਿਰਤਕਾਰੀਆਂ ਵੇਖਣੀਆਂ, ਕਿ ਇਹਦੇ ਨਾਲ ਸੁੱਖ ਮਿਲ ਜਾਂਦਾ। ਗੁਰਮੁਖੋ ਇਹਨਾਂ ਦੇ ਨਾਲ ਵੀ ਸੁੱਖ ਨਹੀਂ ਮਿਲਦਾ। ਸੱਚੇ ਪਾਤਸ਼ਾਹ ਤੀਜੀ ਉਦਾਹਰਨ ਦਿੰਦੇ ਆ, ਸੁੱਖ ਨਾਹੀਂ ਬਹੁ ਦੇਸ ਕਮਾਈ। ਦੇਸਾਂ ਦਸੰਤਰਾਂ ਵਿੱਚ ਜਾ ਕਰਕੇ ਬੰਦਾ ਪੈਸਾ ਕਮਾਉਣ ਦਾ ਯਤਨ ਕਰਦਾ। ਆਮ ਤੌਰ 'ਤੇ ਮਨੁੱਖ ਇਹ ਸੋਚਦਾ ਕਿ ਮੇਰੇ ਦੇਸ਼ ਵਿੱਚ ਮੇਰੇ ਕੋਲੇ ਪੈਸਾ ਘੱਟ ਆ, ਇੱਥੇ ਪੈਸੇ ਦੀ ਕੀਮਤ ਥੋੜ੍ਹੀ ਆ, ਆਪਾਂ ਬਾਹਰਲੇ ਦੇਸ਼ਾਂ ਵਿੱਚ ਜਾਈਏ, ਉੱਥੋਂ ਪੈਸਾ ਕਮਾਵਾਂਗੇ, ਸੁੱਖ ਪ੍ਰਾਪਤ ਹੋਊਗਾ। ਤੇ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਉੱਥੋਂ ਵੀ ਸੁੱਖ ਨਹੀਂ ਮਿਲਣਾ। ਸੁੱਖ ਨਾਹੀਂ ਬਹੁ ਦੇਸ ਕਮਾਏ। ਦੇਸਾਂ ਦਸੰਤਰਾਂ ਵਿੱਚ ਵਪਾਰੀ ਬਣਨਾ, ਪੈਸਾ ਕਮਾਉਣ ਦਾ ਹਰ ਇੱਕ ਯਤਨ ਕਰਨਾ, ਗੁਰਮੁਖਾ ਯਾਦ ਰੱਖ, ਐਵੇਂ ਵੀ ਸੁੱਖ ਨਹੀਂ ਮਿਲਣਾ। ਤੇ ਸੱਚੇ ਪਾਤਸ਼ਾਹ ਨੇ ਚੌਥੀ ਉਦਾਹਰਣ ਦਿੱਤੀ ਆ, ਸੁੱਖ ਮਿਲਦਾ ਕਿਤੇ ਆ? ਸਰਬ ਸੁੱਖਾ ਹਰ ਹਰ ਗੁਣ ਗਾਏ। ਜਿਹੜਾ ਬੰਦਾ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ, ਉਹਨੂੰ ਇਸ ਦੁਨੀਆ ਦੇ ਸੁੱਖ ਵੀ ਮਿਲਦੇ ਆ, ਉਹਨੂੰ ਪਰਲੋਕ ਦੇ ਸੁੱਖ ਵੀ ਮਿਲਦੇ ਆ। ਕਈ ਵਾਰ ਬੰਦਾ ਇਹ ਸੋਚਦਾ ਵੀ ਸ਼ਾਇਦ ਮੈਂ ਧਰਤੀ 'ਤੇ ਰਾਜਾ ਬਣਾ, ਰਾਜ ਗੱਦੀ ਪ੍ਰਾਪਤ ਕਰਕੇ ਸ਼ਾਇਦ ਮੈਨੂੰ ਕੋਈ ਸੁੱਖ ਮਿਲੇਗਾ। ਤੇ ਗੁਰਮੁਖੋ ਯਾਦ ਰੱਖੋ, ਰਾਜ ਗੱਦੀ 'ਤੇ ਬੈਠ ਕਰਕੇ ਵੀ ਬੰਦੇ ਨੂੰ ਸੁੱਖ ਨਹੀਂ ਮਿਲਦਾ। ਉਸ ਰਾਜ ਦੇ ਪਰਥਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ। ਭਾਵੇਂ ਸਾਰੀ ਧਰਤੀ ਦਾ ਉਹ ਰਾਜ ਪ੍ਰਾਪਤ ਕਰ ਲਵੇ ਤੇ ਗੁਰਮੁਖੋ ਸੁੱਖ ਤਾਂ ਵੀ ਨਹੀਂ ਮਿਲਦਾ। ਤੇ ਸੱਚੇ ਪਾਤਸ਼ਾਹ ਜੀ ਨੇ ਅਗਲੀ ਪੰਕਤੀ ਵਿੱਚ ਸੁੱਖ ਦੇ ਬਾਰੇ ਜ਼ਿਕਰ ਕੀਤਾ, ਹਰ ਕਾ ਨਾਮ ਜਪਤ ਹੋਏ ਸੁਖੀਆ। ਜਦੋਂ ਪਰਮੇਸ਼ਰ ਦੀ ਬੰਦਗੀ ਕਰਦਾ, ਨਾਮ ਜਪਦਾ, ਉਦੋਂ ਗੁਰਮੁਖੋ ਉਸ ਜੀਵ ਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਆ, ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਆ। ਪਰ ਉਹ ਨਾਮ ਕਿੱਥੋਂ ਮਿਲਦਾ? ਰਾਧਾ ਸੁਆਮੀ ਦੇ ਡੇਰੇ ਤੋਂ ਨਹੀਂ ਮਿਲਦਾ, ਸਰਸੇ ਵਾਲੇ ਬਲਾਤਕਾਰੀ ਦੇ ਡੇਰੇ ਤੋਂ ਨਹੀਂ ਮਿਲਦਾ, ਆਸ਼ੂਤੋਸ਼ ਜਿਹੜਾ ਨੂਰ ਮੈਲੀਆ ਉਹਦੇ ਡੇਰੇ ਤੋਂ ਨਹੀਂ ਮਿਲਦਾ।
ਪਹਾੜਾਂ ਵਾਲੇ ਦੇ ਡੇਰੇ ਤੋਂ ਵੀ ਗੁਰਮੁਖੋ ਨਾਮ ਨਹੀਂ ਮਿਲਦਾ, ਕਿਸੇ ਦੰਭੀ ਪਖੰਡੀ ਦੇ ਡੇਰੇ ਤੋਂ ਨਾਮ ਨਹੀਂ ਮਿਲਦਾ। ਸਿੱਖ ਧਰਮ ਦੀ ਪਰੰਪਰਾ ਹੈ, ਪਹਿਲਾਂ ਕੇਸ ਰੱਖਣੇ, ਦਾੜੀ ਰੱਖਣੀ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ। ਅੰਮ੍ਰਿਤ ਛਕਣ ਤੋਂ ਬਾਅਦ ਸਿੱਖ ਧਰਮ ਦੀ ਪਰੰਪਰਾ ਹੈ, ਪੰਜਾਂ ਪਿਆਰਿਆਂ ਸਿੰਘਾਂ ਵੱਲੋਂ ਨਾਮ ਦਿੱਤਾ ਜਾਂਦਾ। ਤੇ ਫਿਰ ਉਹ ਨਾਮ ਕੀ ਆ? ਵਾਹਿਗੁਰੂ ਗੁਰਮੰਤਰ ਹੈ। ਜਪ ਹਉਮੈ ਖੋਈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਰਸਨਾ ਦੇ ਬਚਨ ਹਨ, ਵਾਹਿਗੁਰੂ ਮੰਤਰ ਛਾੜ ਕੈ ਜਪੈ ਔਰ ਜੇ ਜਾਪ, ਸਾਕਤ ਸਿੱਖ ਮੂਲ ਨਹਿ ਬਚਨ ਸ੍ਰੀ ਮੁਖ ਵਾਕ। ਤੇ ਫਿਰ ਇਹ ਵਾਹਿਗੁਰੂ ਸਾਡਾ ਮੰਤਰ ਹੈ, ਵਾਹਿਗੁਰੂ ਸਾਡਾ ਨਾਮ ਆ, ਵਾਹਿਗੁਰੂ ਹੀ ਸਾਡਾ ਸ਼ਬਦ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਪੂਰਨ ਗੁਰਬਾਣੀ ਇਹ ਵਾਹਿਗੁਰੂ ਆ, ਅਕਾਲ ਪੁਰਖ ਦੀ ਬਾਣੀ ਆ, ਇਹ ਸਾਰਾ ਨਾਮ ਹੀ ਆ, ਇਹ ਸਾਰਾ ਸ਼ਬਦ ਆ, ਇਹੀ ਸਾਡਾ ਮੰਤਰ ਆ। ਫਿਰ ਮੂਲ ਮੰਤਰ ਦਿੱਤਾ ਜਾਂਦਾ, ਇੱਕ ਓੰਕਾਰ ਤੋਂ ਲੈ ਕਰਕੇ ਨਾਨਕ ਹੋਸੀ ਪੀ ਸੱਚ ਤੱਕ ਸੰਪਰਦਾਵਾਂ ਜਥੇਬੰਦੀਆਂ ਵੱਲੋਂ ਨਾਨਕ ਹੋਸੀ ਪੀ ਸੱਚ ਤੱਕ ਅੰਮ੍ਰਿਤ ਛਕਣ ਵਾਲੇ ਪ੍ਰਾਣਾਧਾਰੀ ਜੀਵ ਨੂੰ ਇਹ ਨਾਮ ਦਿੱਤਾ ਜਾਂਦਾ। ਭਾਈ ਇਹਦੀ ਕਮਾਈ, ਇਹਦਾ ਆਰਾਧਨ ਸਾਰੀ ਉਮਰ ਵੱਧ ਤੋਂ ਵੱਧ ਕਰਨਾ, ਕੰਮ ਕਰਦਿਆਂ, ਤੁਰਦਿਆਂ, ਫਿਰਦਿਆਂ, ਵਿਚਰਦਿਆਂ ਹੋਇਆਂ ਨਾਮ ਨੂੰ ਕਦੇ ਵਾਸਤੇ ਭੁੱਲਣਾ ਨਹੀਂ, ਨਾਮ ਦਾ ਆਰਾਧਨ ਕਰਨਾ। ਗੁਰਮੁਖੋ, ਜਿਨ੍ਹਾਂ ਲੋਕਾਂ ਨੇ, ਜਿਨ੍ਹਾਂ ਪ੍ਰਾਣਾਧਾਰੀ ਗੁਰਮੁਖਾਂ ਪਿਆਰਿਆਂ ਨੇ ਨਾਮ ਜਪਿਆ ਨਾ, ਉਹ ਆਪਣਾ ਆਪ ਸਵਾਰ ਕਰਕੇ ਇਸ ਧਰਤੀ ਤੋਂ ਸੁਰਖਰੂ ਹੋ ਕਰਕੇ ਗਏ। ਜਦੋਂ ਫਿਰ ਉਹ ਨਾਮ ਜਪਦੇ ਆ, ਇਸ ਲੋਕ ਨੂੰ ਛੱਡ ਕਰਕੇ ਪ੍ਰਲੋਕ ਵਿੱਚ ਜਾਂਦੇ ਆ। ਤੇ ਫਿਰ ਪ੍ਰਲੋਕ ਦੇ ਵਿੱਚ ਕੋਈ ਓਏ ਕਹਿ ਕਰਕੇ ਆਵਾਜ਼ ਨਹੀਂ ਮਾਰਦਾ, ਰੇ ਰੇ ਦਰਗਹਿ ਕਹੈ ਨਾ ਕੋਊ, ਆਓ ਬੈਠ ਆਦਰ ਸ਼ੁਭ ਦਿਓ। ਉਹਦਾ ਇਸ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਸਤਿਕਾਰ ਹੁੰਦਾ ਹੈ। ਉਹਦੇ ਜਾਣ ਤੋਂ ਬਾਅਦ ਉਹਦੇ ਜੀਵਨ ਦੀਆਂ ਕਹਾਣੀਆਂ, ਜੀਵਨ ਦੇ ਕੌਤਕ ਸੰਗਤਾਂ ਨੂੰ ਸਟੇਜਾਂ 'ਤੇ ਦੱਸੇ ਜਾਂਦੇ ਆ, ਉਹਦੀਆਂ ਬਰਸੀਆਂ ਮਨਾਈਆਂ ਜਾਂਦੀਆਂ, ਉਹਦੀਆਂ ਯਾਦਾਂ ਮਨਾਈਆਂ ਜਾਂਦੀਆਂ। ਜਿੱਥੇ ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ, ਉੱਥੇ ਗੁਰਮੁਖ ਉਹਨਾਂ ਦੀਆਂ ਯਾਦਗਾਰਾਂ ਬਣਾਈਆਂ ਵੀ ਜਾਂਦੀਆਂ। ਇਸ ਕਰਕੇ ਆਪਾਂ ਨਾਮ ਜਪੀਏ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਜਿਹੜੇ ਗੁਰਮੁਖ ਲੋਕ ਆ, ਉਹ ਨਾਮ ਜਪ ਕਰਕੇ, ਨਾਮ ਦਾ ਲਾਹਾ ਲੈ ਕਰਕੇ ਆਪਣਾ ਮਨੁੱਖਾ ਸਰੀਰ ਸਵਾਰ ਕਰਕੇ ਤੇ ਪਰਲੋਕ ਵਿੱਚ ਜਾਂਦੇ ਆ। ਭਾਈ ਗੁਰਦਾਸ ਜੀ ਦਾ ਕਥਨ ਹੈ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੜ ਮੱਲਿਆ। ਆਮ ਤੌਰ 'ਤੇ ਆਪਣੀ ਇੱਕ ਪੰਜਾਬੀਆਂ ਦੀ ਰਵਾਇਤ ਆ, ਜਦੋਂ ਕੋਈ ਜੀਵ ਚੜ੍ਹਾਈ ਕਰਦਾ ਹੈ, ਭਾਵੇਂ ਉਹ ਗੁਰਮੁਖ ਆ ਤੇ ਭਾਵੇਂ ਉਹ ਮਨਮੁਖ ਆ, ਉਹਦੇ ਅੰਤਮ ਕਿਰਿਆ ਦੇ ਸੋਗਮਈ ਕਾਰਡ ਛਪਾਏ ਜਾਂਦੇ ਆ। ਕਈ ਵਾਰ ਵੇਖਿਆ ਕਿ ਉਹਨਾਂ ਦੀਆਂ ਦਾੜੀਆਂ ਵੀ ਮੁੰਨੀਆਂ ਹੁੰਦੀਆਂ, ਸਿਰ ਵੀ ਮੁੰਨੇ ਹੁੰਦੇ ਤੇ ਸ਼ਰਾਬ ਵੀ ਪੀਂਦੇ ਆ ਉਹ। ਪਰ ਜਦੋਂ ਉਹਨਾਂ ਦੀ ਅੰਤਮ ਕਿਰਿਆ ਮਨਾਈ ਜਾਂਦੀ ਆ ਤੇ ਫਿਰ ਇਹ ਪੰਕਤੀਆਂ ਲਿਖਦੇ ਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੜ ਮੱਲਿਆ। ਗੁਰਮੁਖੋ, ਪੰਕਤੀਆਂ ਲਿਖਣ ਦੇ ਨਾਲ ਬੰਦੇ ਨੇ ਗੁਰਮੁਖ ਨਹੀਂ ਬਣ ਜਾਣਾ, ਜੇਕਰ ਉਹਨੇ ਆਪਣੀ ਜ਼ਿੰਦਗੀ ਵਿੱਚ ਗੁਰੂ ਨੂੰ ਧਾਰਨ ਨਹੀਂ ਕੀਤਾ, ਗੁਰਮੁਖਾਂ ਵਾਲੀ ਮੱਤ ਨਹੀਂ ਧਾਰਨ ਕੀਤੀ, ਗੁਰਮੁਖਾਂ ਵਾਲੇ ਕਰਮ ਨਹੀਂ ਕੀਤੇ। ਅਖੀਰਲੇ ਸਮੇਂ ਤੇ ਉਹਨੇ ਗੁਰਮੁਖ ਨਹੀਂ ਬਣਨਾ ਜੇਕਰ ਆਪਣੀ ਜ਼ਿੰਦਗੀ
ਪੜ੍ਹੇ ਰਹਿਤ ਰੱਖੇ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨੇ। ਦੰਭੀਆਂ ਪਖੰਡੀ ਕਦੀ ਨਾ ਜਾਵੇ ਤੇ ਉਹਦੇ ਪਰਖਾਈ ਇਹ ਪੰਗਤੀਆਂ ਢੁਕਦੀਆਂ, ਇਹ ਪੰਗਤੀਆਂ ਸ਼ੋਭਦੀਆਂ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ, ਸੱਚਾ ਪਿੰਡ ਮੱਲਿਆ। ਗੁਰਮੁਖ ਜਨਾਂ ਨੇ ਇਸ ਮਨੁੱਖਾ ਸਰੀਰ ਨੂੰ ਸਵਾਰਨ ਦਾ, ਸਫਲਾ ਕਰਨ ਦਾ ਯਤਨ ਕੀਤਾ। ਅੰਮ੍ਰਿਤ ਵੇਲੇ ਦੇ ਜਾਗਣੇ, ਇਸ਼ਨਾਨ, ਨਿਤਨੇਮ, ਸੰਗਤ ਵਿੱਚ ਆ ਕਰਕੇ ਇਸ ਮਨੁੱਖਾ ਸਰੀਰ ਨੂੰ ਸਫਲਾ ਬਣਾਉਣ ਦਾ ਯਤਨ ਕੀਤਾ। ਆਓ ਹੁਣ ਜੋ ਇਸ ਵਿਦਿਆਲੇ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਆ। ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਹੋਰ ਵੀ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਨੇ ਕੀ ਗਤ ਕਹੀ ਨਾ ਜਾਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ 4 ਪੌੜੀਆਂ ਸੁਣਨ ਦੀ ਪ੍ਰਥਾਈ ਉਚਾਰਨ ਕਰਕੇ ਸਿੱਧ ਲੋਕਾਂ ਨੂੰ ਮਹਾਤਮ ਦੱਸਿਆ ਤੇ ਸਿੱਧ ਲੋਕਾਂ ਨੇ ਫਿਰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੁਣਿਆ ਉਹਨਾਂ ਨੇ ਮੰਨਿਆ ਵੀ ਹੈ। ਜਿਨ੍ਹਾਂ ਨੇ ਮੰਨਿਆ ਉਹਨਾਂ ਦੇ ਪ੍ਰਥਾਏ ਸੱਚੇ ਪਾਤਸ਼ਾਹ ਸਾਨੂੰ ਕਥਨ ਕਰਕੇ ਜਾਂ ਵਿਚਾਰਦਾਇ ਕਰ ਸੱਚੇ ਪਾਤਸ਼ਾਹ ਦੱਸਣਾ ਕਰੋ। ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਰਬੱਤ ਦੇ ਭਲੇ ਵਾਸਤੇ ਮੰਨਣ ਦੇ ਪ੍ਰਥਾਈ 4 ਪੌੜੀਆਂ ਉਚਾਰਨ ਕਰਦੇ ਆ। ਸਰਬੱਤ ਦੇ ਭਲੇ ਵਾਸਤੇ ਮੰਨੇ ਕੀ ਗਤ। ਆਮ ਤੌਰ ਤੇ ਦੁਨੀਆ ਦਾ ਇੱਕ ਵਿਹਾਰ ਹੁੰਦਾ ਹੈ, ਇੱਕ ਕੰਨ ਤੋਂ ਸੁਣਿਆ ਤੇ ਦੂਜੀ ਕੰਨ ਤਾਂ ਨਹੀਂ ਕੱਢ ਦਿੱਤਾ, ਉਹਨੂੰ ਮੰਨਣਾ ਨਹੀਂ, ਉਹਨੂੰ ਵਸਾਉਣਾ ਨਹੀਂ। ਜਿਹੜੀ ਐਸ ਅਵਸਥਾ ਇਸ ਤਰ੍ਹਾਂ ਦੇ ਲੋਕ ਆ, ਉਹਨਾਂ ਲੋਕਾਂ ਦੇ ਪ੍ਰਥਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਗੁਰਬਾਣੀ ਅੰਦਰ ਸਾਨੂੰ ਉਦਾਹਰਣ ਦੇ ਕਰਕੇ ਸਮਝਾਉਂਦੇ। ਕਬੀਰ ਸਤਿਗੁਰ ਸਾਚਾ ਕਿਆ ਕਰੇ। ਇੱਥੇ ਸੱਚਾ ਗੁਰੂ ਕੀ ਕਰੂਗਾ? ਜੋ ਸਿੱਖਾਂ ਮਹਿ ਚੂਕ ਅੰਧੇ ਏਕ ਨਾ ਲਾਗੇ, ਜੋ ਬਾਂਸ ਵਜਾਈਆ ਫੂਕ। ਜਿਸ ਤਰ੍ਹਾਂ ਬੰਸਰੀ ਹੁੰਦੀ ਆ, ਉਹਨੂੰ ਇੱਕ ਪਾਸੋਂ ਫੂਕ ਹਵਾ ਭਰੀਏ ਤੇ ਦੂਜੇ ਪਾਸੇ ਤੋਂ ਨਿਕਲ ਜਾਂਦੀ ਹੈ। ਇਸੇ ਤਰ੍ਹਾਂ ਸਾਡਾ ਲੋਕਾਂ ਦਾ ਵੀ ਜੀਵਨ ਬਣ ਗਿਆ ਕਿ ਇੱਕ ਕੰਨ ਤੋਂ ਸੁਣੀ ਤੇ ਦੂਜੇ ਤੋਂ ਕੱਢ ਦਿੱਤੀ। ਨਹੀਂ ਗੁਰਮੁਖੋ, ਜਿੱਥੇ ਆਪਾਂ ਪਾਵਨ ਗੁਰਬਾਣੀ ਨੂੰ ਸਰਵਣ ਕਰਨਾ, ਆਪਣੇ ਕੰਨਾਂ ਦੇ ਨਾਲ ਸੁਣਨਾ ਤੇ ਫਿਰ ਮੰਨਣ ਦਾ ਯਤਨ ਵੀ ਕਰਨਾ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਕਿ ਜਿਨ੍ਹਾਂ ਪ੍ਰੇਮੀਆਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਜਸ ਵਡਿਆਈ ਆਪਣੇ ਕੰਨਾਂ ਦੇ ਨਾਲ ਸੁਣੀਆਂ, ਸੁਣ ਕਰਕੇ ਮੰਨੀਆਂ। ਮੰਨੇ ਕੀ ਗਤ ਕਹਿੰਦੇ ਚਾਲ ਨੂੰ, ਗਤ ਕਹਿੰਦੇ ਮਰਜ਼ਾਦਾ ਨੂੰ। ਉਸ ਪ੍ਰੇਮੀ ਦੀ ਚਾਲ, ਗਤ, ਮਰਜ਼ਾਦਾ ਬਾਰੇ ਕਹੀ ਨਾ ਜਾਏ। ਕੋਈ ਕਹਿ ਕਰਕੇ ਕਥਨ ਨਹੀਂ ਕਰ ਸਕਦਾ। ਤੇ ਗੁਰਮੁਖੋ ਗਤ ਨਾਮ ਹੈ ਗਿਆਨ ਦਾ। ਜਿਨ੍ਹਾਂ ਨੇ ਸੁਣ ਕਰਕੇ ਪਰਮੇਸ਼ਰ ਦਾ ਬਚਨ ਮੰਨਿਆ, ਉਹਨਾਂ ਦੇ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ। ਉਹਨਾਂ ਦੇ ਗਿਆਨ ਬਾਰੇ ਵੀ ਕੋਈ ਕਥਨ ਨਹੀਂ ਕਰ ਸਕਦਾ, ਬਿਆਨ ਨਹੀਂ ਕਰ ਸਕਦਾ। ਤੇ ਗਤ ਨਾਮ ਹੈ ਅਵਸਥਾ ਦਾ।
ਜਿਸ ਪ੍ਰੇਮੀ ਨੇ ਸੁਣਿਆ, ਸੁਣ ਕਰਕੇ ਮੰਨਿਆ, ਮਨ ਕਰਕੇ ਆਪਣੇ ਹਿਰਦੇ ਵਿੱਚ ਵਸਾਇਆ, ਉਹਦੇ ਗਿਆਨ ਦੀ ਅਵਸਥਾ ਗੁਰਮੁਖੋ ਕੋਈ ਬਿਆਨ ਕਰਕੇ ਕਹਿ ਨਹੀਂ ਸਕਦਾ। ਤੇ ਗੁਰਮੁਖੋ ਗਤ ਨਾਮ ਹੈ ਸਰੂਪ ਦਾ। ਜਿਸ ਪ੍ਰਾਣਾਧਾਰੀ ਜੀਵ ਨੇ ਪਹਿਲਾਂ ਆਪਣੇ ਕੰਨਾਂ ਦੇ ਨਾਲ ਪਰਮੇਸ਼ਰ ਦਾ ਨਾਮ ਸੁਣਿਆ, ਸੁਣ ਕਰਕੇ ਮੰਨਿਆ, ਫਿਰ ਉਹਦੇ ਹਿਰਦੇ ਦੇ ਅੰਦਰ ਗਿਆਨ ਆਇਆ। ਗਿਆਨ ਆਉਣ ਤੋਂ ਬਾਅਦ ਗੁਰਮੁਖੋ ਉਹਦੀ ਇੱਕ ਉੱਚੀ ਅਵਸਥਾ ਬਣੀ ਆ। ਜਦੋਂ ਉੱਚੀ ਅਵਸਥਾ ਬਣੀ, ਉਹਨੂੰ ਆਪਣੇ ਨਿਜ ਸਰੂਪ ਦਾ ਗਿਆਨ ਹੋਇਆ। ਉਸ ਸਰੂਪ ਦੇ ਬਾਰੇ ਕੋਈ ਕਹਿ ਕਰਕੇ ਬਿਆਨ ਕਰਕੇ ਉਹਦਾ ਅੰਤ ਨਹੀਂ ਪਾ ਸਕਦਾ। ਗੁਰਮੁਖੋ ਗਿਆਨ ਪੜ੍ਹਨ ਦਾ, ਗਿਆਨ ਸੁਣਨ ਦਾ, ਜਾਂ ਸਕੂਲੀ ਕਿਤਾਬਾਂ ਦਾ ਜਾਂ ਸਾਇੰਸ ਦਾ ਗਿਆਨ ਨਹੀਂ। ਗਿਆਨ ਆਪਣੇ ਗੁਰੂ ਦਾ ਹੋਣਾ ਚਾਹੀਦਾ ਵੀ ਸਾਡਾ ਗੁਰੂ ਸਾਨੂੰ ਕਹਿੰਦਾ ਕੀ ਹੈ, ਸਾਡੇ ਗੁਰੂ ਦਾ ਉਪਦੇਸ਼ ਕੀ ਆ, ਸਾਡੇ ਗੁਰੂ ਦੀ ਗੁਰਬਾਣੀ ਸਾਨੂੰ ਕੀ ਕਹਿੰਦੀ ਆ, ਸਾਡੇ ਗੁਰੂ ਦੀ ਗੁਰਬਾਣੀ ਸਾਨੂੰ ਕੀ ਸਮਝਾਉਂਦੀ ਆ, ਕੀ ਕਰਨ ਵਾਸਤੇ ਕਹਿੰਦੀ ਆ, ਸਾਡੇ ਗੁਰੂ ਦੇ ਬਚਨ ਸਾਨੂੰ ਕੀ ਕਰਨ ਤੋਂ ਰੋਕਦੇ ਆ, ਕਿਹੜਾ ਕੰਮ ਅਸੀਂ ਆਪਣੀ ਜ਼ਿੰਦਗੀ ਵਿੱਚ ਕਰਨਾ ਹੈ, ਕਿਹੜਾ ਕੰਮ ਅਸੀਂ ਆਪਣੀ ਜ਼ਿੰਦਗੀ ਵਿੱਚ ਨਹੀਂ ਕਰਨਾ। ਕਰਨ ਵਾਲਾ ਕੰਮ ਕੀ ਆ? ਗੁਰਮੁਖੋ ਨਾਮ ਜਪਣਾ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਤੇ 5 ਕਕਾਰ ਆਪਣੇ ਸਰੀਰ ਤੇ ਧਾਰਨ ਕਰਨੇ, ਇਹ ਕਰਨ ਵਾਲਾ ਕੰਮ ਆ। ਨਾ ਕਰਨ ਵਾਲਾ ਕੀ ਆ? ਕੇਸ ਨਹੀਂ ਮਨਾਉਣੇ, ਸ਼ਰਾਬ ਨਹੀਂ ਪੀਣੀ, ਤੰਬਾਕੂ ਨਹੀਂ ਖਾਣਾ, ਕਿਸੇ ਵੀ ਨਸ਼ੇ ਦੀ ਵਰਤੋਂ ਨਹੀਂ ਕਰਨੀ, ਇਹ ਨਾ ਕਰਨ ਵਾਲਾ ਕਰਮ ਆ। ਪਰ ਬਹੁਤਾਤ ਗਿਣਤੀ ਦੇ ਵਿੱਚ ਲੋਕ ਨਾ ਕਰਨ ਵਾਲੇ ਕੰਮ ਕਰਦੇ ਆ, ਜਿਹੜੇ ਕਰਨ ਵਾਲੇ ਕੰਮ ਆ ਉਹ ਨਹੀਂ ਕਰਦੇ। ਉਹਨਾਂ ਦੀ ਸੋਚ ਕੀ ਹੁੰਦੀ ਆ ਕਿ ਆਪਾਂ ਖਾਣ ਪੀਣ ਵਾਸਤੇ, ਐਸ਼ ਪ੍ਰਸਤੀ ਕਰਨ ਵਾਸਤੇ ਇਸ ਦੁਨੀਆ ਤੇ ਆਪਾਂ ਆਏ ਆ। ਉਹਨਾਂ ਲੋਕਾਂ ਦੇ ਪਰਥਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚਲੇ ਵਕਾਰ। ਬਾਬਾ ਇਹ ਸਤਿਕਾਰਯੋਗ ਬਾਬਾ ਗੁਰੂ ਵਾਸਤੇ, ਪਰਮੇਸ਼ਰ ਵਾਸਤੇ ਸ਼ਬਦ ਵਰਤੇ ਆ। ਹੋਰ ਖਾਣਾ ਖੁਸ਼ੀ ਖਵਾਰ, ਉਹ ਖੁਸ਼ ਹੋ ਕਰਕੇ ਖਾਣਾ, ਪਰ ਬਾਅਦ ਵਿੱਚ ਜੀਵ ਨੂੰ ਖੱਜਲ ਖੁਆਰੀ ਭੋਗਣੀ ਪੈਂਦੀ ਆ, ਖੱਜਲ ਖੁਆਰੀ ਵੇਖਣੀ ਪੈਂਦੀ ਆ। ਜਿਤ ਖਾਧੈ ਤਨ ਪੀੜੀਐ, ਜਿਸ ਖਾਣ ਦੇ ਨਾਲ ਤਨ ਨੂੰ ਫਿਰ ਧਰਮ ਰਾਜੇ ਦੀ ਕਚਹਿਰੀ ਦਰਗਾਹ ਵਿੱਚ ਪੀੜਿਆ ਜਾਣਾ। ਮਨ ਮੈਂ ਚੱਲੇ ਵਕਾਰ, ਜਿਸ ਖਾਣ ਦੇ ਨਾਲ ਮਨ ਦੇ ਵਿੱਚ ਵਕਾਰ ਪੈਦਾ ਹੋਣੇ ਆ, ਜੋ ਧਰਮ ਰਾਜੇ ਦੀ ਕਚਹਿਰੀ ਦੇ ਪਰਥਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਧਾਣੀਆਂ ਕਿਉ ਮਥੈ। ਜਿਸ ਤਰ੍ਹਾਂ ਮਧਾਣੀ ਦੇ ਨਾਲ ਗੁਰਮੁਖੋ ਦੁੱਧ ਰਿੜਕਿਆ ਜਾਂਦਾ, ਦੁੱਧ ਰਿੜਕ ਕਰਕੇ ਮੱਖਣ ਕੱਢਿਆ ਜਾਂਦਾ, ਇਸੇ ਤਰ੍ਹਾਂ ਪਾਪੀ ਲੋਕ ਧਰਮ ਰਾਜੇ ਦੀ ਕਚਹਿਰੀ ਵਿੱਚ ਜਦੋਂ ਜਾਂਦੇ ਆ ਨਾ, ਤੇ ਧਰਮ ਰਾਜਾ ਵੀ ਪਾਪੀ ਲੋਕਾਂ ਨੂੰ ਫਿਰ ਜਿਵੇਂ ਮਧਾਣੀ ਨਾਲ ਰਿੜਕਿਆ ਜਾਂਦਾ, ਇਸ ਤਰ੍ਹਾਂ ਰਿੜਕ ਕਰਕੇ ਤੇ ਗੁਰਮੁਖੋ ਸਜ਼ਾ ਮਿਲਦੀ ਹੈ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਮੰਨੇ ਕੀ ਗਤ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਮੰਨਿਆ ਉਹਨਾਂ ਦੀ ਗਤ ਚਾਲ ਅਵਸਥਾ ਮਰਜ਼ਾਦਾ ਕਹੀ ਨਾ ਜਾਏ। ਉਹਨਾਂ ਦੀ ਕੋਈ ਅਵਸਥਾ ਜਿਹੜਾ ਗਿਆਨ ਹੁੰਦਾ ਨਿਜ ਸਰੂਪ ਦੀ ਉਹਨਾਂ ਨੂੰ ਪ੍ਰਾਪਤੀ ਹੋਈ ਆ, ਉਹ ਕਹਿ ਕਰਕੇ ਕੋਈ ਬਿਆਨ ਕਥਨ ਕਰਕੇ ਨਹੀਂ ਦੱਸ ਸਕਦਾ ਹੈ। ਜੇ ਕੋ ਕਹੈ ਪਿਛੈ ਪਛਤਾਏ। ਤੇ ਸੱਚੇ ਪਾਤਸ਼ਾਹ ਕਿਸੇ ਨਾ ਕਿਸੇ ਨੇ ਤੇ ਕਹਿਣ ਦਾ ਯਤਨ ਕੀਤਾ ਹੋਊਗਾ, ਤੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਯਤਨ ਸਮਝਾਉਂਦੇ ਆ। ਜੇ ਕੋ ਕਹੈ, ਜਿਨ੍ਹਾਂ ਦੀ
ਅਵਸਥਾ ਬਣ ਗਈ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੋਇਆ, ਜਿਨ੍ਹਾਂ ਨੂੰ ਨਿਜ ਸਰੂਪ ਦੀ ਪ੍ਰਾਪਤੀ ਹੋਈ ਆ। ਜੇ ਕੋ ਕਹੈ, ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਕਹਿਣ ਦਾ ਯਤਨ ਕੀਤਾ, ਵਰਤਮਾਨ ਸਮੇਂ ਦੇ ਵਿੱਚ ਕਹਿਣ ਦਾ ਯਤਨ ਕਰਦੇ ਆ, ਆਉਣ ਵਾਲੇ ਭਵਿੱਖ ਸਮੇਂ ਵਿੱਚ ਵੀ ਕਹਿਣ ਦਾ ਯਤਨ ਕਰਨਗੇ, ਪਰ ਉਹਨਾਂ ਨੂੰ ਮਿਲੇਗਾ ਕੀ? ਕਹੈ ਜੇ ਕੋ ਕਹੈ ਪਿੱਛੇ ਪਛਤਾਏ। ਉਹਨਾਂ ਨੂੰ ਪਛਤਾਤਾਪ ਕਰਨਾ ਪਵੇਗਾ। ਕਿਉਂ? ਜਿਹੜੀ ਪਰਮੇਸ਼ਰ ਦੀ ਜਸ ਵਡਿਆਈ ਹੈ ਨਾ, ਉਹ ਕਰਕੇ ਤੇ ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਦਾ ਸਰੂਪ ਹੀ ਬਣ ਜਾਂਦੇ ਆ। ਕਈਆਂ ਪ੍ਰੇਮੀਆਂ ਦਾ ਇਹ ਵੀ ਖਿਆਲ ਹੁੰਦਾ ਕਿ ਦੁਨੀਆ ਦੇ ਉੱਤਰ ਸੰਤ ਨਹੀਂ ਕੋਈ ਹੁੰਦਾ, ਸਾਧੂ ਨਹੀਂ ਕੋਈ ਹੁੰਦਾ, ਬ੍ਰਹਮ ਗਿਆਨੀ ਨਹੀਂ ਕੋਈ ਹੁੰਦਾ, ਤੇ ਲੋਕਾਂ ਦੇ ਕਹਿਣ ਦੀਆਂ ਗੱਲਾਂ। ਪਰ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਜਿਨ੍ਹਾਂ ਨੂੰ ਕਦੇ ਵਾਸਤੇ ਪਰਮੇਸ਼ਰ ਦਾ ਨਾਮ ਭੁੱਲਦਾ ਨਹੀਂ। ਆਪਣੀ ਜ਼ਿੰਦਗੀ ਵਿੱਚ ਉਹ ਇੱਕ ਨਾਮ ਦਾ ਆਧਾਰ ਆਸਰਾ ਬਣ ਕਰਕੇ ਦੁਨੀਆ ਵਿੱਚ ਚੱਲਦੇ ਆ। ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਕਦੇ ਭੁੱਲਦਾ ਹੀ ਨਹੀਂ, ਸੱਚੇ ਪਾਤਸ਼ਾਹ ਉਹਨਾਂ ਨੂੰ ਕੀ ਕਹਿਣਾ ਚਾਹੀਦਾ। ਸਾਡੀ ਬੇਨਤੀ ਨੂੰ ਸੁਣ ਕਰਕੇ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਆ, ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ। ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਕਦੇ ਵਿਸਰਦਾ ਨਹੀਂ, ਉਹ ਕਿਹੋ ਜਿਹੇ ਲੋਕ ਹੁੰਦੇ ਆ? ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਉਹਨਾਂ ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਵੀ ਫਰਕ ਨਹੀਂ। ਉਹ ਪਰਮੇਸ਼ਰ ਦੀ ਬੰਦਗੀ ਕਰਕੇ, ਪਰਮੇਸ਼ਰ ਦਾ ਨਾਮ ਜਪ ਕਰਕੇ ਪਰਮੇਸ਼ਰ ਦਾ ਸਰੂਪ ਹੀ ਬਣ ਜਾਂਦੇ ਆ। ਸਰਬ ਲੋਹ ਦੀ ਪਾਵਨ ਗੁਰਬਾਣੀ ਅੰਦਰ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹੋਏ ਕਥਨ ਕਰਦੇ ਆ, ਆਤਮ ਰਸ ਜੇ ਜਾਣਹਿ ਸੋ ਹੈ ਖਾਲਸ ਦੇਵ, ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ। ਜਿਹੜਾ ਦੁਨਿਆਵੀ ਬਾਹਰੀ ਰਸਾਂ ਕਸਾਂ ਦਾ ਤਿਆਗ ਕਰ ਦਿੰਦਾ, ਇੱਕ ਆਤਮਿਕ ਰਸ ਦੀ ਪ੍ਰਾਪਤੀ ਕਰਦਾ, ਉਹਦੇ ਵਿੱਚ ਸਾਡੇ ਵਿੱਚ ਤੇ ਪਰਮੇਸ਼ਰ ਵਿੱਚ ਤਿੰਨਾਂ ਵਿੱਚ ਕੋਈ ਵੀ ਫਰਕ ਨਹੀਂ। ਇੱਕ ਸਰੀਰਾਂ ਦਾ ਫਰਕ ਆ। ਆਤਮ ਰਸ ਜੇ ਜਾਣਹਿ ਸੋ ਹੈ ਖਾਲਸ ਦੇਵ, ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ। ਸਾਡੇ ਵਿੱਚ ਰਤੀ ਮਾਤਰ ਵੀ ਕੋਈ ਫਰਕ ਨਹੀਂ ਆ। ਸ਼੍ਰੀ ਦਸਮ ਗ੍ਰੰਥ ਦੀ ਪਾਵਨ ਗੁਰਬਾਣੀ ਅੰਦਰ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਣੀ ਵਿੱਚ ਤੇ ਪਾਣੀ ਦੀਆਂ ਲਹਿਰਾਂ ਵਿੱਚ ਜਿਵੇਂ ਕੋਈ ਫਰਕ ਨਹੀਂ ਹੁੰਦਾ, ਉਹਨਾਂ ਦਾ ਉਦਾਹਰਣ ਦੇ ਕਰਕੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੀ। ਹਵਾ ਦੀ ਉਪਾਧੀ ਨਾਲ ਗੁਰਮੁਖੋ ਲਹਿਰਾਂ ਪੈਦਾ ਹੋਈਆਂ, ਤਰੰਗਾਂ ਪੈਦਾ ਹੋਈਆਂ, ਪਰ ਉੱਪਰ ਨੂੰ ਉੱਠੀਆਂ ਪਾਣੀ ਦੇ ਵਿੱਚ ਇਸੇ ਤਰ੍ਹਾਂ ਫਿਰ ਉਹ ਅਭੇਦ ਹੋ ਗਈਆਂ, ਸਮਾ ਗਈਆਂ। ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰਿਆਂ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਵੀ ਫਰਕ ਨਹੀਂ ਹੁੰਦਾ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਕਿਉਂ ਨਹੀਂ ਉਹਨਾਂ ਦੇ ਵਿੱਚ ਫਰਕ ਹੁੰਦਾ? ਕਿ ਉਹਨਾਂ ਦੀ ਰਸਨਾ ਤੇ ਦੁਨੀਆ ਦੇ ਲੋਕਾਂ ਦੀ ਵਡਿਆਈ ਨਹੀਂ, ਪਦਾਰਥਾਂ ਦਾ ਸਵਾਦ ਨਹੀਂ। ਉਹਨਾਂ ਦੀ ਰਸਨਾ ਜ਼ਬਾਨ ਦੇ ਉੱਪਰ ਗੁਰਮੁਖੋ ਇੱਕ ਪਰਮੇਸ਼ਰ ਦਾ ਨਿਵਾਸ ਹੁੰਦਾ। ਇਸ ਕਰਕੇ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਆ, ਜੇ ਕੋ ਕਹੈ ਕਹਿਣ ਦਾ ਯਤਨ ਕਰੇਗਾ ਪਿੱਛੇ ਪਛਤਾਏ। ਉਹਨੂੰ ਫਿਰ ਪਛਤਾਤਾਪ ਕਰਨਾ ਪਵੇਗਾ ਕਿ ਮੈਂ ਬਹੁਤ ਵੱਡੀ ਭੁੱਲ ਕੀਤੀ ਆ। ਪਰਮੇਸ਼ਰ ਦੇ ਪਿਆਰਿਆਂ ਅਤੇ ਪਰਮੇਸ਼ਰ ਦੀ ਜਸ ਵਡਿਆਈ ਕਰਕੇ ਕੋਈ ਅੰਤ ਨਹੀਂ ਪਾ ਸਕਦਾ। ਗੁਰਮੁਖੋ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਸੁਣ ਕਰਕੇ ਮੰਨਿਆ, ਉਹਨਾਂ ਨੂੰ ਮਿਲਿਆ ਕੀ ਆ? ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਈ ਸੀ। ਜੇਕਰ ਗੁਰੂ ਦਾ ਹੁਕਮ ਮੰਨਦਾ, ਉਹ ਗੁਰਮੁਖੋ ਪ੍ਰਮਾਣਿਕ ਹੋ ਜਾਂਦਾ। ਵੇਖੋ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੰਪੂਰਨ ਤੌਰ 'ਤੇ
ਬਚਨ ਮੰਨਿਆ ਸੀ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਉਹਨਾਂ ਦੇ ਸ਼ਰੀਕੇ ਵਿੱਚੋਂ ਬਾਬਾ ਸਹਾਰੀ ਮੱਲ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ 'ਤੇ ਆਏ। ਉਹਨਾਂ ਦੇ ਬੇਟੇ ਦੀ ਸ਼ਾਦੀ ਸੀ, ਵਿਆਹ ਸੀ, ਸੱਦਾ ਪੱਤਰ ਦੇਣ ਵਾਸਤੇ ਆਏ। ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੇਰੇ ਪੁੱਤਰ ਦੀ ਸ਼ਾਦੀ ਆ, ਆਨੰਦ ਕਾਰਜ ਆ, ਕਿਰਪਾ ਕਰਕੇ ਚੱਲੋ। ਸੱਚੇ ਪਾਤਸ਼ਾਹ ਨੇ ਪ੍ਰੇਮ ਨਾਲ ਸਮਝਾਉਣ ਦਾ ਯਤਨ ਕੀਤਾ। ਵੇਖੋ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਗੁਰਤਾ ਗੱਦੀ ਆ। ਦੂਰ ਦਰਾਡੇ ਤੋਂ ਸੰਗਤਾਂ ਚੱਲ ਕਰਕੇ ਆਉਂਦੀਆਂ। ਜੇਕਰ ਅਸੀਂ ਤੁਹਾਡੇ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਜਾਵਾਂਗੇ ਤੇ ਉੱਥੇ ਵੀ ਸੰਗਤਾਂ ਆਉਣਗੀਆਂ। ਤੁਹਾਡੇ ਪਰਿਵਾਰ ਰਿਸ਼ਤੇਦਾਰਾਂ ਨੂੰ ਫਿਰ ਬਹੁਤ ਜ਼ਿਆਦਾ ਮੁਸ਼ਕਿਲ ਹੋਵੇਗੀ। ਬੇਅੰਤ ਸੰਗਤਾਂ ਇਕੱਠੀਆਂ ਹੋਣਗੀਆਂ। ਸਾਡਾ ਜਾਣਾ ਮੁਸ਼ਕਿਲ ਆ, ਅਸੀਂ ਨਹੀਂ ਜਾ ਸਕਦੇ। ਜਦੋਂ ਬਾਬਾ ਸਹਾਰੀ ਮੱਲ ਜੀ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਸੁਣਿਆ, ਸੁਣ ਕਰਕੇ ਮੰਨਿਆ ਤੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੇਕਰ ਆਪ ਜੀ ਨਹੀਂ ਜਾ ਸਕਦੇ ਤੇ ਆਪਣੇ ਸੁਪੁੱਤਰ ਨੂੰ ਕਿਸੇ ਨੂੰ ਸਾਡੇ ਘਰ ਦੇ ਵਿੱਚ ਘੱਲਣਾ ਕਰੋ। ਸੱਚੇ ਪਾਤਸ਼ਾਹ ਨੇ ਬਾਬਾ ਸਹਾਰੀ ਮੱਲ ਦੀ ਬੇਨਤੀ ਨੂੰ ਸੁਣ ਕਰਕੇ ਆਪਣੇ ਵੱਡੇ ਸੁਪੁੱਤਰ ਪਿਰਥੀ ਚੰਦ ਨੂੰ ਕੋਲ ਬੁਲਾਇਆ। ਕੋਲ ਬਣਾ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਬੇਟਾ ਇਹ ਤੇਰਾ ਤਾਇਆ ਸਹਾਰੀ ਮੱਲ ਆ, ਇਹਨਾਂ ਦੇ ਬੇਟੇ ਦੀ ਸ਼ਾਦੀ ਆ ਤੇ ਤੁਸੀਂ ਸਾਡਾ ਬਚਨ ਮੰਨ ਕਰਕੇ ਇਹਨਾਂ ਦੇ ਬੇਟੇ ਦੀ ਸ਼ਾਦੀ ਵਿੱਚ ਸ਼ਾਮਲ ਹੋ। ਨਾਲੇ ਰਿਸ਼ਤੇਦਾਰ ਭਾਈਚਾਰੇ ਨੂੰ ਮਿਲਣਾ, ਨਾਲੇ ਵਿਆਹ ਕਾਰਜ ਵਿੱਚ ਜਾਣਾ ਇਹ ਜ਼ਰੂਰੀ ਹੈ। ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਆਪ ਜੀ ਨੂੰ ਪਤਾ ਹੈ ਕਿ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਤੇ ਮੈਂ ਸੰਗਤਾਂ ਦੀ ਸਾਂਭ ਸੰਭਾਲ ਕਰਦਾ, ਪ੍ਰਸ਼ਾਦਾ ਛਕਾਉਣਾ, ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰਨਾ। ਜੇਕਰ ਮੈਂ ਇਹਨਾਂ ਦੇ ਬੇਟੇ ਦੀ ਸ਼ਾਦੀ 'ਤੇ ਗਿਆ, ਮਗਰੋਂ ਸੰਗਤਾਂ ਨੂੰ ਕੌਣ ਸੰਭਾਲੇਗਾ? ਖਾਣ ਪੀਣ ਰਹਿਣ ਸਹਿਣ ਦਾ ਪ੍ਰਬੰਧ ਕੌਣ ਕਰੇਗਾ? ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪਿਰਥੀ ਚੰਦ ਦੀਆਂ ਗੱਲਾਂ ਨੂੰ ਸੁਣ ਕਰਕੇ ਜਵਾਬ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਉਹ ਆਪੇ ਸੰਭਾਲਣਗੇ, ਆਪੇ ਇਹ ਕਾਰਜ ਕਰਨਗੇ। ਕਹਿਣ ਲੱਗਾ ਜੀ ਨਹੀਂ, ਮੈਂ ਨਹੀਂ ਜਾਣਾ। ਤੋੜ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਜਵਾਬ ਦਿੱਤਾ ਕਿ ਨਹੀਂ ਸੱਚੇ ਪਾਤਸ਼ਾਹ ਮੈਂ ਜਾਣਾ ਨਹੀਂ। ਮਨ ਵਿੱਚ ਲਾਲਸਾ ਸੀ ਕਿ ਜੇ ਕਿਤੇ ਮੈਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਛੱਡ ਕਰਕੇ ਬਾਹਰ ਗਿਆ ਤੇ ਮੇਰੇ ਛੋਟੇ ਭਰਾਤਾ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਨਾ ਦੇ ਦੇਣ। ਮਨ ਵਿੱਚ ਲਾਲਸਾ ਸੀ। ਲਾਲਸਾ ਦੇ ਵਸੀਕਾਰ ਹੋ ਕਰਕੇ ਪਿਤਾ ਸਤਿਗੁਰੂ ਸਾਹਿਬ ਜੀ ਨੂੰ ਜਵਾਬ ਦੇ ਦਿੱਤਾ। ਇਸੇ ਤਰ੍ਹਾਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਦੂਜੇ ਸੁਪੁੱਤਰ ਮਹਾਦੇਵ ਨੂੰ ਬਚਨ ਕੀਤਾ ਕਿ ਭਾਈ ਮਹਾਦੇਵ, ਇਹ ਤੁਹਾਡੇ ਤਾਇਆ ਜੀ ਆ ਸਹਾਰੀ ਮੱਲ, ਇਹਨਾਂ ਦੇ ਬੇਟੇ ਦੀ ਸ਼ਾਦੀ ਆ, ਤੁਸੀਂ ਸ਼ਾਦੀ ਵਿੱਚ ਆਨੰਦ ਕਾਰਜ ਵਿੱਚ ਜਾਓ, ਉਹਨੂੰ ਸਫਲਾ ਕਰਕੇ ਆਓ, ਨਾਲੇ ਆਪਣੇ ਪਰਿਵਾਰ ਸ਼ਰੀਕੇ ਭਾਈਚਾਰੇ ਨੂੰ ਮਿਲ ਕਰਕੇ ਆਉਣਾ। ਮਹਾਦੇਵ ਨੇ ਵੀ ਜਵਾਬ ਦੇ ਦਿੱਤਾ ਕਿ ਨਹੀਂ ਪਿਤਾ ਜੀ ਮੈਂ ਨਹੀਂ ਜਾ ਸਕਦਾ। ਉਹ ਬਰਕਤ ਬਿਰਤੀ ਵਾਲੇ ਸਨ, ਜਵਾਬ ਦੇ ਦਿੱਤਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਪਾਸ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਮਿਲਾਇਆ ਤੇ ਕਹਿਣ ਲੱਗੇ ਬੇਟਾ ਜੀ ਆ ਤੁਹਾਡਾ ਤਾਇਆ ਸਹਾਰੀ ਮੱਲ ਆਇਆ, ਇਹਨਾਂ ਦੇ ਬੇਟੇ ਦੀ ਸ਼ਾਦੀ ਆ, ਤੁਸੀਂ ਸਾਡਾ ਬਚਨ ਮੰਨ ਕਰਕੇ ਇਹਨਾਂ ਦੇ ਨਾਲ ਜਾਓ। 7 ਬਚਨ ਕਹਿ ਦਿੱਤਾ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮੈਲ ਪਾਏ ਸੀ। ਕਹਿ ਦਿੱਤਾ ਪਿਤਾ ਸਤਿਗੁਰੂ ਸਾਹਿਬ ਜੀ ਦੀ, ਆਪ ਜੀ ਦਾ ਹੁਕਮ ਜਿਸ ਤਰ੍ਹਾਂ ਅਸੀਂ ਉਸੇ ਤਰ੍ਹਾਂ ਕਰਾਂਗੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ 1 ਮਹੀਨਾ ਵਿਆਹ ਕਾਰਜ ਵਿੱਚ ਰਹਿਣਾ। ਵਿਆਹ ਕਾਰਜ ਹੋਣ ਤੋਂ ਬਾਅਦ ਸਾਡੇ ਜਨਮ ਅਸਥਾਨ 'ਤੇ ਸਰਾਂ ਬਣਾਉਣੀਆਂ, ਸਰਾਂ ਬਣਾ ਕਰਕੇ ਉੱਥੇ ਸਿੱਖੀ ਦਾ ਪ੍ਰਚਾਰ ਕਰਨਾ। ਪਰ ਜਿੰਨਾ ਚਿਰ ਅਸੀਂ ਸੱਦਗੇ ਨਾ, ਸਾਡੇ ਸੱਦੇ ਤੋਂ ਬਿਨਾਂ ਆਉਣਾ ਨਹੀਂ। 7 ਬਚਨ ਕਹਿ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ
ਆਪਣੇ ਤਾਇਆ ਬਾਬਾ ਸਹਾਰੀ ਮੱਲ ਦੇ ਨਾਲ ਉਹਨਾਂ ਦੇ ਬੇਟੇ ਦੀ ਸ਼ਾਦੀ ਦੇ ਗਏ। ਉਹ ਕਾਰਜ ਸਾਰੇ ਨੂੰ ਨਿਭਾਇਆ। ਫਿਰ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਜਨਮ ਅਸਥਾਨ ਚੂਨਾ ਮੰਡੀ ਵਿਖੇ ਸਰਾਂ ਬਣਾਈ, ਭਾਰੀ ਸਿੱਖੀ ਦਾ ਪ੍ਰਚਾਰ ਕੀਤਾ। ਪਰ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਸੱਦਾ ਪੱਤਰ ਨਹੀਂ ਘੱਲਿਆ। ਮਨ ਵਿੱਚ ਵਿਆਕੁਲ ਹੋਏ ਆ, ਕਦੇ ਉੱਪਰ ਚੜ੍ਹ ਕੇ ਦੇਖਦੇ ਆ, ਕਦੇ ਸ਼ਹਿਰ ਤੋਂ ਬਾਹਰ ਆ ਕਰਕੇ ਦੇਖਦੇ ਆ, ਤੇ ਸੱਚੇ ਪਾਤਸ਼ਾਹ ਨੇ ਕੋਈ ਸੱਦਾ ਪੱਤਰ ਨਹੀਂ ਘੱਲਿਆ। ਸੱਚੇ ਪਾਤਸ਼ਾਹ ਪ੍ਰੇਮ ਦੀ ਮਨ ਵਿੱਚ ਖਿੱਚ ਪਈ ਆ, ਚਿੱਠੀ ਲਿਖੀ ਆ। ਗੁਰਬਾਣੀ ਦੀ ਜੋ ਆਪਾਂ ਸ਼ਬਦ ਹਜ਼ਾਰੇ ਗੁਰਬਾਣੀ ਪੜ੍ਹਦੇ ਆ ਨਾ, ਉਹ ਚਿੱਠੀ ਲਿਖ ਕਰਕੇ ਗੁਰਬਾਣੀ ਦੁਆਰਾ ਇੱਕ ਸਿੱਖ ਨੂੰ ਦਿੱਤੀ ਆ। ਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਗੁਰਮੁਖੋ ਪੰਚਮ ਪਾਤਸ਼ਾਹ ਨੇ ਸਿੱਖ ਨੂੰ ਚਿੱਠੀ ਦੇ ਕੇ ਘੱਲਿਆ। ਪਰ ਪਿਰਥੀ ਚੰਦ ਨੇ ਉਹ ਸਿੱਖ ਨੂੰ ਆਪਣੇ ਪਾਸ ਬੁਲਾਇਆ, ਚਿੱਠੀ ਲਈ ਆ, ਚਿੱਠੀ ਪੜ੍ਹ ਕਰਕੇ ਆਪਣੇ ਕੋਲੇ ਰੱਖੀ ਆ। ਪਰ ਸਿੱਖ ਨੂੰ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਮੱਥੇ ਨਹੀਂ ਲੱਗਣ ਦਿੱਤਾ, ਵਾਪਸ ਮੋੜ ਦਿੱਤਾ। ਉਹ ਸਿੱਖ ਜਦੋਂ ਵਾਪਸ ਗਿਆ, ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਜੀ, ਚਿੱਠੀ ਪਿਰਥੀ ਚੰਦ ਨੇ ਪੜ੍ਹੀ ਆ, ਆਪਣੇ ਕੋਲੇ ਰੱਖੀ ਤੇ ਮੈਨੂੰ ਵਾਪਸ ਮੋੜ ਦਿੱਤਾ। ਕੁਝ ਸਮੇਂ ਬਾਅਦ ਫਿਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਚਿੱਠੀ ਲਿਖੀ, ਉਹ ਫਿਰ ਸਿੱਖ ਨੂੰ ਦਿੱਤੀ ਆ। ਸਿੱਖ ਬਚਨ ਮੰਨ ਕਰਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਇਆ। ਉਹ ਚਿੱਠੀ ਫਿਰ ਪਿਰਥੀ ਚੰਦ ਨੇ ਪੜ੍ਹੀ ਤੇ ਆਪਣੇ ਕੋਲੇ ਰੱਖ ਲਿਆ। ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪਾਸ ਉਹ ਸਿੱਖ ਨੂੰ ਜਾਣ ਹੀ ਨਹੀਂ ਦਿੱਤਾ। ਸਿੱਖ ਵਾਪਸ ਲਾਹੌਰ ਮੁੜ ਗਿਆ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ, ਕਹਿਣ ਲੱਗੇ ਸੱਚੇ ਪਾਤਸ਼ਾਹ ਜੀ, ਉਹ ਚਿੱਠੀ ਪਿਰਥੀ ਚੰਦ ਨੇ ਰੱਖ ਲਈ ਤੇ ਮੈਨੂੰ ਵਾਪਸ ਮੋੜ ਦਿੱਤਾ। ਕੁਝ ਸਮੇਂ ਬਾਅਦ ਫਿਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਚਿੱਠੀ ਲਿਖੀ ਆ। ਚਿੱਠੀ ਲਿਖ ਕਰਕੇ ਸਿੱਖ ਦੇ ਹੱਥ ਵਿੱਚ ਦਿੱਤੀ ਤੇ ਨਾਲ ਬਚਨ ਕੀਤਾ ਵੀ ਇਹ ਚਿੱਠੀ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਦੇਣੀ ਆ, ਹੋਰ ਕਿਸੇ ਨੂੰ ਵਿਖਾਉਣੀ ਨਹੀਂ। ਸਿੱਖ ਬਚਨ ਮੰਨ ਕਰਕੇ ਮੰਜ਼ਲ ਤੈਅ ਕਰਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪੁੱਜਾ। ਆ ਕਰਕੇ ਦਰਸ਼ਨ ਕੀਤੇ, ਮੱਥਾ ਟੇਕਿਆ। ਪੰਚਮ ਪਾਤਸ਼ਾਹ ਵੱਲੋਂ ਲਿਖੀ ਹੋਈ ਉਹ ਚਿੱਠੀ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪਵਿੱਤਰ ਹਸਤ ਕਮਲਾਂ ਦੇ ਉੱਪਰ ਰੱਖੀ ਆ। ਚਿੱਠੀ ਨੂੰ ਸੱਚੇ ਪਾਤਸ਼ਾਹ ਨੇ ਖੋਲ੍ਹਿਆ, ਪੜ੍ਹਿਆ, ਵਿਚਾਰਿਆ ਤੇ ਸੱਚੇ ਪਾਤਸ਼ਾਹ ਜੀ ਨੇ ਪੰਜਵੇਂ ਪਾਤਸ਼ਾਹ ਦੀ ਮਨ ਦੀ ਬੇਬਲਤਾ ਉਦਾਸੀ ਨੂੰ ਜਾਣ ਕਰਕੇ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪੰਚਮ ਪਾਤਸ਼ਾਹ ਨੂੰ ਲੈਣ ਵਾਸਤੇ ਲਾਹੌਰ ਘੱਲਿਆ। ਬਾਬਾ ਬੁੱਢਾ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਬਚਨ ਮੰਨ ਕਰਕੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੈਣ ਵਾਸਤੇ ਗਏ। ਮੰਜ਼ਿਲ ਤੈਅ ਕੀਤੀ, ਪ੍ਰੇਮ ਦੇ ਨਾਲ ਮਿਲੇ, ਸੰਗਤਾਂ ਨਾਲ ਮੇਲ ਮਿਲਾਪ ਹੋਇਆ। ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸੱਦਾ ਪੱਤਰ ਪੰਜਵੇਂ ਪਾਤਸ਼ਾਹ ਨੂੰ ਦੱਸਿਆ। ਬੜੇ ਖੁਸ਼ ਹੋਏ, ਆਨੰਦ ਤੇ ਪ੍ਰਸੰਨ ਹੋਏ। ਬਾਬਾ ਜੀ ਦੇ ਨਾਲ ਆਉਣ ਵਾਸਤੇ ਤਿਆਰੀ ਕੀਤੀ। ਸਾਰੀਆਂ ਸੰਗਤਾਂ ਨੂੰ ਪ੍ਰੇਮ ਦੇ ਨਾਲ ਸਮਝਾਇਆ। ਬਾਬਾ ਜੀ ਦੇ ਨਾਲ ਚੱਲ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਏ। ਆ ਕਰਕੇ ਪਿਤਾ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ। ਦਰਸ਼ਨ ਜਦੋਂ ਕੀਤੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਚਿੱਠੀ ਵਿਖਾਈ ਤੇ ਕਹਿ ਦਿੱਤਾ, ਲਾਲ ਜੀ ਇਹਦੇ 'ਤੇ 3 ਅੰਕ ਪਾਇਆ, ਪਹਿਲੀਆਂ 2 ਚਿੱਠੀਆਂ ਕਿੱਥੇ ਆ? ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਉਹ 2 ਚਿੱਠੀਆਂ ਪਿਰਥੀ ਚੰਦ ਦੇ ਪਾਸ ਆ। ਪਿਰਥੀ ਚੰਦ ਨੂੰ ਪਾਸ ਬੁਲਾਇਆ, ਸਾਫ਼ ਮੁੱਕਰ ਗਿਆ। ਕਹਿਣ ਲੱਗਾ ਨਹੀਂ, ਮੇਰੇ ਕੋਲੇ ਕੋਈ ਵੀ ਚਿੱਠੀ ਨਹੀਂ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਉਹਦੇ ਘਰੋਂ ਚੋਲੇ ਦੇ ਵਿੱਚੋਂ, ਚੋਲੀ ਦੀ ਜੇਬ ਵਿੱਚੋਂ ਉਹ ਚਿੱਠੀਆਂ ਮੰਗਵਾਈਆਂ। ਸਾਰੀ ਸੰਗਤ ਦੇ ਸਾਹਮਣੇ ਉਹਨਾਂ ਨੂੰ ਦਿਖਾਇਆ।
ਦਿਖਾ ਕਰਕੇ ਸ਼ਰਮ ਦੇ ਸਾਰ ਪਿਰਥੀ ਚੰਦ ਸਿਰ ਨੀਵਾਂ ਕਰਕੇ ਖੜਾ ਰਿਹਾ। ਬੋਲ ਕਬੋਲ ਵੀ ਬੋਲਿਆ ਤੇ ਸੱਚੇ ਪਾਤਸ਼ਾਹ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਬਚਨ ਕੀਤਾ ਕਿ ਜਿਹੜਾ ਇਹ ਸ਼ਬਦ ਦਾ ਅਖੀਰਲਾ ਸ਼ਲੋਕ ਆ, ਪੌੜੀ ਆ, ਉਹਨੂੰ ਪੂਰੀ ਕਰਕੇ ਸ਼ਬਦ ਨੂੰ ਸੰਪੂਰਨ ਕਰੋ। ਤੇ ਸੱਚੇ ਪਾਤਸ਼ਾਹ ਜੀ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨ ਕਰਕੇ ਆਪਣੀ ਪਵਿੱਤਰ ਰਸਨਾ ਤੋਂ ਪਾਵਨ ਗੁਰਬਾਣੀ ਉਚਾਰਨ ਕੀਤੀ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਮਨਾਸੀ ਘਰ ਮਹਿ ਪਾਇਆ। ਇਹ ਪੌੜੀ, ਇਹ ਤੁਕ ਉਚਾਰਨ ਕਰਕੇ ਸ਼ਬਦ ਨੂੰ ਸੰਪੂਰਨ ਕੀਤਾ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਵਿਦਵਤਾ ਤੋਂ ਬਹੁਤ ਪ੍ਰਸੰਨ ਹੋਏ। ਭਾਈ ਗੁਰਦਾਸ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਵਿਚਾਰ ਕਰਕੇ ਗੁਰਤਾ ਗੱਦੀ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੌਂਪ ਦਿੱਤੀ। ਇਹ ਗੁਰਤਾ ਗੱਦੀ ਦੇ ਵਾਰਸ ਕਿਵੇਂ ਬਣੇ? ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਿਆ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਜਿਹੜਾ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਮੰਨਦਾ ਉਹ ਗੁਰਮੁਖੋ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਮਾਣਿਕ ਹੋ ਜਾਂਦਾ। ਇਸੇ ਤਰ੍ਹਾਂ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਬਚਨ ਮੰਨਿਆ ਸੀ ਪੰਜਾਂ ਪਿਆਰਿਆਂ ਨੇ। ਜਦੋਂ ਕਲਗੀਧਰ ਪਾਤਸ਼ਾਹ ਨੇ ਵਿਸਾਖੀ ਵਾਲੇ ਦਿਨ ਸਟੇਜ ਤੇ ਖਲੋ ਕਰਕੇ ਮੰਗ ਕੀਤੀ ਸੀ ਨਾ ਕਿ ਸਾਨੂੰ ਇੱਕ ਸਿਰ ਚਾਹੀਦਾ, ਭਾਈ ਦਇਆ ਸਿੰਘ ਨੇ ਸਿਰ ਦਿੱਤਾ, ਭਾਈ ਧਰਮ ਸਿੰਘ ਨੇ ਸੀਸ ਦਿੱਤਾ, ਇਸੇ ਤਰ੍ਹਾਂ ਭਾਈ ਹਿੰਮਤ ਸਿੰਘ ਨੇ ਸੀਸ ਦਿੱਤਾ, ਇਸੇ ਤਰ੍ਹਾਂ ਭਾਈ ਮੋਹਕਮ ਸਿੰਘ ਨੇ ਆਪਣਾ ਸੀਸ ਗੁਰੂ ਦਾ ਬਚਨ ਮੰਨ ਕਰਕੇ ਦਿੱਤਾ। ਭਾਈ ਸਾਹਿਬ ਸਿੰਘ ਨੇ ਸੱਚੇ ਪਾਤਸ਼ਾਹ ਦਾ ਬਚਨ ਮੰਨ ਕਰਕੇ ਸੀਸ ਭੇਟ ਕੀਤਾ ਤੇ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਸੀਸ ਕਿਰਪਾਨ ਦੇ ਨਾਲ ਕੱਟਿਆ। ਸਾਰਿਆਂ ਦੇ ਸਾਹਮਣੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਅੰਮ੍ਰਿਤ ਛਕਾਇਆ, ਧੜਾਂ ਦੇ ਨਾਲੋਂ ਵੱਖਰੇ ਹੋਏ ਸਿਰਾਂ ਨੂੰ ਜੋੜਿਆ। ਕਈ ਪ੍ਰੇਮੀ ਇਹਦੇ 'ਤੇ ਸ਼ੰਕਾ ਕਰਦੇ ਆ ਕਿ ਵੱਢਿਆ ਹੋਇਆ ਸਿਰ ਕਿਵੇਂ ਜੋੜ ਸਕਦਾ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਸਤਿਗੁਰ ਮੇਰਾ ਮਾਰਜ ਵਾਲਾ ਹੈ। ਸਤਿਗੁਰੂ ਸਾਹਿਬ ਦੇ ਵਿੱਚ ਸ਼ਕਤੀ ਆ, ਉਹ ਜੀਵ ਨੂੰ ਮਾਰ ਕਰਕੇ ਤੇ ਸਰਜੀਤ ਵੀ ਕਰ ਸਕਦਾ। ਫਿਰ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਅੰਮ੍ਰਿਤ ਛਕਾ ਕਰਕੇ ਉਹਨਾਂ ਦੇ ਦਮਾਲੇ, ਉਹਨਾਂ ਦੇ ਬਸਤਰ, ਕਮਰ ਕੱਸੇ, ਸ਼ਸਤਰ ਸਜਾ ਕਰਕੇ ਜਦੋਂ ਸਟੇਜ 'ਤੇ ਸੰਗਤਾਂ ਦੇ ਸਾਹਮਣੇ ਲਿਆਏ ਤੇ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਸਨ, ਇਹ ਸਾਡੇ ਗੁਰਮੁਖੋ ਪੰਜ ਪਿਆਰੇ ਆ ਜਿਨ੍ਹਾਂ ਨੇ ਸਾਡੇ ਨਾਲ ਪਿਆਰ ਕੀਤਾ। ਜਿਹੜਾ ਗੁਰਮੁਖੋ ਗੁਰੂ ਦੇ ਨਾਲ ਪਿਆਰ ਕਰਦਾ ਨਾ, ਗੁਰੂ ਵੀ ਉਹਦੇ ਨਾਲ ਪਿਆਰ ਕਰਦਾ। ਤੇ ਇਸੇ ਕੌਤਕ ਦੇ ਵਿੱਚ, ਇਕੱਠ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਦਾ ਜਸੂਸ ਜਿਹਦਾ ਨਾਲ ਸੀ ਅਵਲ ਤੁਰਾਨੀ, ਉਹਨੇ ਆਪਣੀਆਂ ਅੱਖਾਂ ਦੇ ਨਾਲ ਕਲਗੀਧਰ ਪਾਤਸ਼ਾਹ ਦੇ ਇਸ ਕੌਤਕ ਨੂੰ ਤੱਕਿਆ। ਤੱਕ ਕਰਕੇ ਗੁਰਮੁਖੋ ਨੇ ਇੱਕ ਚਿੱਠੀ ਲਿਖੀ ਆ ਬਾਦਸ਼ਾਹ ਔਰੰਗਜ਼ੇਬ ਨੂੰ ਕਿ ਬਾਦਸ਼ਾਹ ਸਲਾਮਤ, ਅੱਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪੰਡਾਲ ਵਿੱਚ ਆਏ। ਉਹਨਾਂ ਦੇ ਚਿਹਰੇ ਦੇ ਉੱਪਰ ਇਲਾਹੀ ਜਲਾਲ ਸੀ, ਉਹਨਾਂ ਦੇ ਹੱਥ ਵਿੱਚ ਨੰਗੀ ਸ਼ਮਸ਼ੀਰ ਸੀ। ਉਹਨਾਂ ਨੇ ਇੱਕ ਸੀਸ ਦੀ ਮੰਗ ਕੀਤੀ। ਜਦੋਂ ਸੀਸ ਦੀ ਮੰਗ ਕੀਤੀ ਆ, ਭਾਈ ਦਇਆ ਸਿੰਘ ਨੇ ਆ ਕਰਕੇ ਆਪਣਾ ਸੀਸ ਭੇਟਾ ਕੀਤਾ। ਇਸੇ ਤਰ੍ਹਾਂ ਵਾਰੀ ਵਾਰੀ ਪੰਜ ਸਿੱਖਾਂ ਦੇ ਉਹਨਾਂ ਨੇ ਸੀਸ ਲਏ, ਆਪਣੀ ਕਿਰਪਾਨ ਦੇ ਨਾਲ ਪੰਜਾਂ ਸਿਰਾਂ ਨੂੰ ਕੱਟਿਆ। ਫਿਰ ਉਹਨਾਂ ਨੇ ਇੱਕ ਆਬੇ ਹਯਾਤ ਤਿਆਰ ਕੀਤਾ। ਆਬੇ ਹਯਾਤ ਤਿਆਰ ਕਰਕੇ ਪੰਜਾਂ ਦੇ ਮੂੰਹ ਵਿੱਚ ਪਾਏ। ਮੂੰਹ ਵਿੱਚ ਜਦੋਂ ਪਾਏ ਆਬੇ ਹਯਾਤ, ਉਹ ਜਿਹੜੇ ਮਰੇ ਹੋਏ ਮਨੁੱਖ ਸਨ ਉਹ ਜਿੰਦਾ ਹੋ ਕਰਕੇ ਉੱਠ ਕਰਕੇ ਖਲੋ ਗਏ। ਸੱਚੇ ਪਾਤਸ਼ਾਹ ਨੇ ਉਹਨਾਂ ਦੇ ਦਮਾਲੇ, ਉਹਨਾਂ ਦੇ ਬਸਤਰ, ਸ਼ਸਤਰ ਸਜਾਏ। ਤੰਬੂ ਵਿੱਚੋਂ ਬਾਹਰ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਟੇਜ 'ਤੇ ਲੈ ਕੇ ਆਏ, ਇਹ ਅਬਲ ਤੁਰਾਨੀ ਦੀ ਰਿਪੋਰਟ ਆ। ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਜਿਸ ਤਰ੍ਹਾਂ ਸਟੇਜ ਦੇ ਉੱਪਰ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ 6 ਰੂਪਾਂ ਵਿੱਚ ਮੌਜੂਦ ਹੋਣ। ਉਹਨਾਂ ਦਾ ਚਿਹਰਾ, ਲਿਬਾਸ ਇੱਕੋ ਜਿਹੇ ਸਨ।
ਇਹ ਆਬੜ ਤੁਰਾਨੀ ਦੀ ਔਰੰਗਜ਼ੇਬ ਬਾਦਸ਼ਾਹ ਜਸੂਸ ਨੇ ਇੱਕ ਚਿੱਠੀ ਆ। ਕਹਿਣ ਲੱਗਾ ਕਿ ਫਿਰ ਜਦੋਂ ਸਿਰ ਮੰਗੇ ਸਨ, ਪੰਡਾਲ ਦੀਵਾਨ ਛੱਡ ਕਰਕੇ ਤੇ ਲੋਕ ਭੱਜ ਗਏ ਸਨ। ਜਦੋਂ ਇਹ ਕੌਤਕ ਵੇਖਿਆ, ਅੰਮ੍ਰਿਤ ਛਕਿਆ, ਤੜਾਂ ਦੇ ਨਾਲ ਸਿਰ ਜੋੜ ਦਿੱਤੇ ਆ। ਫਿਰ ਜਿਹੜੇ ਭੱਜੇ ਹੋਏ ਲੋਕ ਸਨ ਦੁਬਾਰਾ ਫਿਰ ਪੰਡਾਲ ਵਿੱਚ ਆ ਗਏ। ਸਾਰੇ ਲੋਕਾਂ ਨੇ ਲਾਈਨ ਬਣਾ ਲਈ ਕਿ ਅਸੀਂ ਵੀ ਅੰਮ੍ਰਿਤ ਛਕਣਾ। ਇੱਕ ਦੂਜੇ ਦੇ ਪਿੱਛੇ ਸਾਰਿਆਂ ਨੇ ਕਤਾਰ ਬਣਾ ਲਈ। ਬਾਦਸ਼ਾਹ ਸਲਾਮਤ ਮੇਰੇ ਤੋਂ ਵੀ ਰਿਹਾ ਨਹੀਂ ਗਿਆ। ਮੈਂ ਵੀ ਉਸ ਕਤਾਰ ਵਿੱਚ ਆਬੇ ਹਯਾਤ ਛਕਣ ਵਾਸਤੇ ਖਲੋ ਗਿਆ। ਜਦੋਂ ਅੰਮ੍ਰਿਤ ਛਕਦਿਆਂ ਛਕਦਿਆਂ ਬਾਦਸ਼ਾਹ ਸਲਾਮਤ ਮੇਰੀ ਵਾਰੀ ਆਈ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਚਿਹਰੇ ਵੱਲ ਵੇਖ ਕਰਕੇ ਮੁਸਕਰਾਏ। ਮੈਂ ਮਹਿਸੂਸ ਕੀਤਾ ਕਿ ਕਲਗੀਧਰ ਪਾਤਸ਼ਾਹ ਮੇਰੇ ਵੱਲ ਮੁਸਕਰਾਏ, ਉਹਨਾਂ ਨੂੰ ਪਤਾ ਹੋਵੇ ਕਿ ਮੈਂ ਕੌਣ ਆ। ਮੁਸਕਰਾ ਕਰਕੇ ਮੈਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਮੈਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਕਲਗੀਧਰ ਪਾਤਸ਼ਾਹ ਨੇ ਮੇਰਾ ਨਾਮ ਅੰਮ੍ਰਿਤ ਛਕਣ ਤੋਂ ਬਾਅਦ ਅਜਮੇਰ ਸਿੰਘ ਰੱਖਿਆ। ਇਹ ਮੇਰੀ ਆਖਰੀ ਰਿਪੋਰਟ ਆ। ਅੱਜ ਤੋਂ ਬਾਅਦ ਮੇਰੀ ਰਿਪੋਰਟ ਕੋਈ ਨਹੀਂ ਆਵੇਗੀ। ਗੁਰਮੁਖੋ, ਇਹ ਰਿਪੋਰਟ ਦਾ ਉਲੱਥਾ ਜੋ ਅਬਲ ਤੁਰਾਨੀ ਔਰੰਗਜ਼ੇਬ ਬਾਦਸ਼ਾਹ ਦਾ ਜਸੂਸ ਸੀ, ਅੱਜ ਵੀ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਪਿਆ। ਜੇ ਕਿਸੇ ਨੇ ਸ਼ੰਕਾ ਕੱਢਣਾ ਹੋਵੇ, ਪਟਿਆਲਾ ਯੂਨੀਵਰਸਿਟੀ ਵਿੱਚ ਜਾ ਕਰਕੇ ਆਬੜ ਤੁਰਾਨੀ ਦੀ ਰਿਪੋਰਟ ਨੂੰ ਪੜ੍ਹ ਸਕਦਾ। ਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਮੰਨੇ ਕੀ ਗਤ ਕਹੀ ਨਾ ਜਾਏ। ਜਿਸ ਪ੍ਰੇਮੀ ਨੇ ਆਪਣੇ ਸਤਿਗੁਰੂ ਸਾਹਿਬ ਜੀ ਦਾ ਬਚਨ ਮੰਨਿਆ, ਉਹਨੇ ਸਤਿਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਜੇ ਕੋ ਕਹੇ ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਦਾ ਬਚਨ ਮੰਨਿਆ, ਜੇ ਕੋ ਕਹਿਣ ਦਾ ਯਤਨ ਕਰਦਾ ਤੇ ਆਖਰਕਾਰ ਉਸ ਜੀਵ ਨੂੰ ਪ੍ਰਾਣਾਧਾਰੀ ਨੂੰ ਪਛਤਾਉਣਾ ਪੈਂਦਾ ਹੈ। ਕਾਗਦ ਕਲਮ ਨਾ ਲਿਖਣ ਹਾਰ। ਤੇ ਸੱਚੇ ਪਾਤਸ਼ਾਹ ਜ਼ੁਬਾਨ ਦੇ ਨਾਲ ਤਾਂ ਕੋਈ ਕਹਿ ਨਹੀਂ ਸਕਦਾ, ਕਥਨ ਨਹੀਂ ਕਰ ਸਕਦਾ, ਪਰ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਮੰਨਿਆ, ਉਸ ਪਰਮੇਸ਼ਰ ਦੀ ਜਸ ਵਡਿਆਈ ਨੂੰ ਆਪਣੇ ਮਨ ਦੇ ਵਿੱਚ ਮਨਾਉਣਾ ਕੀਤਾ, ਵਸਾਉਣ ਦਾ ਯਤਨ ਕੀਤਾ, ਉਹਨਾਂ ਦੀ ਵਡਿਆਈ ਕਾਗਜ਼ ਦੇ ਉੱਪਰ ਸ਼ਾਹੀ ਤੇ ਕਲਮ ਦੇ ਨਾਲ ਲਿਖ ਕਰਕੇ ਉਹਨਾਂ ਦਾ ਆਪਾਂ ਅੰਤ ਪਾ ਸਕਦੇ ਹਾਂ। ਸੱਚੇ ਪਾਤਸ਼ਾਹ ਨੇ ਸਿੱਧ ਲੋਕਾਂ ਦਾ ਸਵਾਲ ਸੁਣ ਕਰਕੇ ਪਾਵਨ ਗੁਰਬਾਣੀ ਅੰਦਰ ਜ਼ਿਕਰ ਕੀਤਾ, ਕਾਗਦ ਕਲਮ ਨਾ ਲਿਖਣ ਹਾਰ। ਕਾਗਜ਼ ਦੇ ਉੱਪਰ ਕਲਮ ਦੇ ਨਾਲ ਜਿਨ੍ਹਾਂ ਨੇ ਪਰਮੇਸ਼ਰ ਦੀ ਜਸ ਵਡਿਆਈ ਲਿਖਣ ਦਾ ਯਤਨ ਕੀਤਾ, ਉਹ ਗੁਰਮੁਖੋ ਕਦੇ ਵਾਸਤੇ ਪਰਮੇਸ਼ਰ ਵਡਿਆਈ ਲਿਖ ਕਰਕੇ ਕਦੇ ਵਾਸਤੇ ਅੰਤ ਨਹੀਂ ਪਾ ਸਕਦੇ ਹਨ। ਮੰਨੇ ਕਾ ਬਹਿ ਕਰਨ ਵਿਚਾਰ। ਤੇ ਫਿਰ ਸੱਚੇ ਪਾਤਸ਼ਾਹ ਇਹ ਕਾਗਜ਼ 'ਤੇ ਵੀ ਨਹੀਂ ਲਿਖੀ ਜਾਂਦੀ, ਫਿਰ ਬੋਲ ਕਰਕੇ ਵੀ ਨਹੀਂ ਕੀਤੀ ਜਾ ਸਕਦੀ। ਤੇ ਸੱਚੇ ਪਾਤਸ਼ਾਹ ਉਹਨਾਂ ਦੇ ਬਾਰੇ ਵਿਚਾਰ ਕੀ ਆ? ਤੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਸਾਨੂੰ ਸਮਝਾਉਂਦੇ ਹੋਏ ਕਥਨ ਕਰਦੇ ਆ, ਮੰਨੇ ਕਾ ਬਹਿ ਕਰਨ ਵਿਚਾਰ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਮੰਨਿਆ, ਉਹ ਸੰਗ ਵਿੱਚ ਬਹਿ ਕਰਕੇ ਤੇ ਪਰਮੇਸ਼ਰ ਦੇ ਨਾਲ ਮਿਲਾਪ ਦੀ ਉਹ ਵਿਚਾਰ ਕਰਦੇ ਆ। ਸੰਗਤ ਵਿੱਚ ਆਉਂਦਾ ਹੈ ਗੁਰਮੁਖੋ, ਫੇਰ ਹੀ ਗੁਰੂ ਦੇ ਨਾਲ ਜੜਦਾ। ਜਦੋਂ ਸੰਗਤ ਵਿੱਚ ਆ ਕਰਕੇ ਉਹ ਬਹਿੰਦਾ, ਮੰਨੇ ਕਾ ਬਹਿ, ਮੰਨਿਆ ਸੰਗਤ ਵਿੱਚ ਆਇਆ, ਸੰਗਤ ਵਿੱਚ ਆ ਕਰਕੇ ਗੁਰੂ ਦੇ ਨਾਲ ਪਰਮੇਸ਼ਰ ਦੇ ਨਾਲ ਮਿਲਾਪ ਦੀ ਉਹ ਵਿਚਾਰ ਕਰਦਾ। ਮੰਨੇ ਕਾ ਬਹਿ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਮੰਨਿਆ ਨਾ, ਤੇ ਉਹਨਾਂ ਦੀਆਂ ਜਿਹੜੀਆਂ ਹਿਰਦੇ ਦੀਆਂ ਵਾਸ਼ਨਾ ਸੀ ਗੁਰਮੁਖੋ, ਉਹ ਬਹਿ ਗਈਆਂ। ਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਕਿ ਵਾਸ਼ਨਾ ਬੰਦਾ ਜਿਹੜਾ ਮਨ ਆ ਨਾ, ਕਦੀ ਕਿੱਧਰ ਭੱਜਾ ਫਿਰਦਾ ਤੇ ਕਦੀ ਕਿੱਧਰ ਭੱਜਾ ਫਿਰਦਾ। ਉਹ ਜਦੋਂ ਸੰਗਤ ਵਿੱਚ ਆ ਜਾਂਦੇ ਆ, ਮੰਨੇ ਕਾ ਬਹਿ, ਉਹਨਾਂ ਦਾ ਫਿਰ ਜਿਹੜਾ ਚਿੱਤ ਸੀ ਨਾ, ਉਹ ਬਹਿ ਗਿਆ। ਕਬਹੂ ਜੀੜਾ ਉਹ ਵਿਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥੇਰਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਮਾਝ ਰਾਗ ਦੀ ਪਾਵਨ ਗੁਰਬਾਣੀ ਅੰਦਰ ਪੰਚਮ ਪਾਤਸ਼ਾਹ ਜੀ ਦੇ ਬਚਨ ਹਨ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਹਲੋ ਰਾਮ, ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ
ਸਾਮ। ਸੱਚੇ ਪਾਤਸ਼ਾਹ ਅਸੀਂ ਆਪਣੀ ਕਿਰਤ ਤੇ ਕਰਮਾਂ ਦਾ ਕਰਕੇ ਆਪ ਜੀ ਦੇ ਨਾਲੋਂ ਵਿਛੜੇ ਸੀ। ਥੱਕ ਆਏ ਪ੍ਰਭ ਕੀ ਸਾਮ, ਥੱਕ ਕਰਕੇ ਜੂਨਾ 84 ਜੂਨਾਂ ਨੂੰ ਭੋਗਦੇ ਹੋਏ ਥੱਕ ਕਰਕੇ ਸਾਮ ਕਹਿੰਦੇ ਸਰਨ ਨੂੰ। ਸੱਚੇ ਪਾਤਸ਼ਾਹ ਅਸੀਂ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਆ। ਜਿਹੜਾ ਪ੍ਰਾਣਾ ਧਾਰੀ ਜੀਵ ਮੰਨੇ ਕਾ ਬਹਿ, ਜਦੋਂ ਮਨ ਕਰਕੇ ਸੰਗਤ ਵਿੱਚ ਆ ਕਰਕੇ ਬਹਿ ਜਾਂਦਾ, ਫਿਰ ਉਹ ਪਰਮੇਸ਼ਰ ਦੀ ਮਿਲਾਪ ਦੀ ਵਿਚਾਰ ਕਰਦਾ। ਜਦੋਂ ਵਿਚਾਰ ਕਰਦਾ ਉਹਦੇ ਮਨ ਦੀਆਂ ਵਾਸਨਾ ਜਿਹੜੀਆਂ ਸਾਰੀਆਂ ਬਹਿ ਜਾਂਦੀਆਂ। ਚਿੱਤ ਜਿਹੜਾ ਦਸਾਂ ਦਿਸ਼ਾਂ ਵਿੱਚ ਭੱਜਾ ਫਿਰਦਾ, ਉਹ ਚਿੱਤ ਵੀ ਸ਼ਾਂਤ ਹੋ ਜਾਂਦਾ ਹੈ ਤੇ ਪਰਮੇਸ਼ਰ ਦੇ ਨਾਲ, ਪਰਮੇਸ਼ਰ ਦੇ ਸਰੂਪ ਦੀ ਉਹ ਵਿਚਾਰ ਕਰਦਾ ਹੈ। ਐਸਾ ਨਾਮ ਨਿਰੰਜਨ ਹੋਏ। ਇਹ ਸਿੱਧ ਲੋਕੋ ਇਹੋ ਜਿਹਾ ਹੈ ਨਾਮ ਪਰਮੇਸ਼ਰ ਦਾ ਨਿਰੰਜਨ, ਜਿਹੜਾ ਮਾਇਆ ਰੂਪੀ ਕਾਲਕ ਤੋਂ ਰਹਿਤ ਹੈ। ਐਸਾ ਨਾਮ ਨਿਰੰਜਨ ਹੋਏ, ਮਾਇਆ ਰੂਪੀ ਕਾਲਕ ਤੋਂ ਰਹਿਤ ਹੈ। ਜਿਸ ਬੰਦੇ ਦੇ ਤਨ ਦੇ ਉੱਪਰ ਕੋਈ ਮੈਲ ਲੱਗੀ ਆ, ਮਨ ਦੇ ਉੱਪਰ ਮੈਲ ਲੱਗੀ ਆ, ਜੋ ਪਾਣੀ ਵਿੱਚ ਨਹਾਉਣ ਦਾ ਯਤਨ ਕਰੇਗਾ ਤੇ ਆਪਣੇ ਤਨ ਦੀ ਉਹ ਮੈਲ ਨੂੰ ਲਾਹ ਸਕਦਾ। ਤਨ ਦੇ ਉੱਪਰ ਮੈਲ ਵੀ ਲੱਗੀ ਆ, ਨਹਾਉਂਦਾ ਵੀ ਨਹੀਂ, ਆਲਸੀ ਆ, ਦਰਿਦਰੀ ਆ, ਤੇ ਗੁਰਮੁਖੋ ਜਿੰਨਾ ਚਿਰ ਆਪਾਂ ਨਹਾਉਣ ਦਾ ਯਤਨ ਨਾ ਕਰਾਂਗੇ ਤੇ ਤਨ ਸਾਫ਼ ਕਿਵੇਂ ਹੋਊਗਾ? ਤਨ ਸਾਫ਼ ਕਰਨ ਵਾਸਤੇ, ਇਸ਼ਨਾਨ ਕਰਨ ਵਾਸਤੇ ਗੁਰਮੁਖੋ ਸਾਨੂੰ ਉੱਠਣਾ ਪੈਣਾ, ਉਦਮ ਕਰਨਾ। ਉਦਮ ਕਰਕੇ ਸਾਨੂੰ ਟੂਟੀ ਜਾਂ ਨਲਕੇ ਜਾਂ ਮੋਟਰ ਜਾਂ ਵਗਦੇ ਜਲ ਦੇ ਪ੍ਰਵਾਹ ਕੋਲੇ ਜਾਣਾ ਪੈਣਾ, ਸਾਨੂੰ ਉਦਮ ਕਰਨਾ ਪੈਣਾ। ਇਸੇ ਤਰ੍ਹਾਂ ਉਦਮ ਕੀਤਾ, ਉਦਮ ਕਰਕੇ ਸਤ ਸੰਗਤ ਰੂਪੀ ਘਾਟ 'ਤੇ ਆਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਗਦਾ ਜਲ ਦਾ ਪ੍ਰਵਾਹ, ਇਹਦੇ ਪ੍ਰਵਾਹ ਦੇ ਸੰਗਤ ਰੂਪੀ ਘਾਟ 'ਤੇ ਆਇਆ। ਘਾਟ 'ਤੇ ਆ ਕਰਕੇ ਪ੍ਰੇਮ ਦੇ ਨਾਲ ਫਿਰ ਨਾਮ ਦਾ ਪਾਣੀ ਪਾਇਆ। ਜਦੋਂ ਨਾਮ ਦਾ ਪਾਣੀ ਪਾਇਆ ਤੇ ਗੁਰਮੁਖੋ ਤਨ ਤੇ ਮਨ ਵੀ ਸ਼ੀਤਲ ਹੋ ਗਿਆ। ਜਿਸ ਤਰ੍ਹਾਂ ਕਿ ਆਪਾਂ ਬਾਹਰੀ ਇਸ਼ਨਾਨ ਕਰਦੇ ਹਾਂ, ਇਹਦੇ ਨਾਲ ਨਾਲ ਗੁਰਮੁਖੋ ਸਾਡੇ ਮਨ ਦੇ ਇਸ਼ਨਾਨ ਦੀ ਵੀ ਲੋੜ ਆ। ਜਿਹੜਾ ਮਨ ਆ, ਇਹ ਤਨ ਦੇ ਇਸ਼ਨਾਨ ਦੇ ਨਾਲ ਗੁਰਮੁਖੋ ਕਦੇ ਪਵਿੱਤਰ ਨਹੀਂ ਹੁੰਦਾ। ਜੇ ਕੋਈ ਬੰਦਾ ਅੰਮ੍ਰਿਤ ਵੇਲੇ ਉਦਮ ਕਰੇ, ਇਸ਼ਨਾਨ ਕਰੇ, ਇਸ਼ਨਾਨ ਕਰਕੇ ਕਹਿ ਦਿੱਤਾ ਵੀ ਹੁਣ ਮੇਰਾ ਮਨ ਵੀ ਨਿਰਮਲ ਹੋ ਜਾਣਾ, ਨਹੀਂ ਗੁਰਮੁਖੋ, ਜਿਹੜਾ ਆਪਾਂ ਇਸ਼ਨਾਨ ਕਰਨਾ, ਇਹਦੇ ਨਾਲ ਤਨ ਦਾ ਆਲਸ, ਤਨ ਦੀ ਦਲਿਦਰੀ ਦੂਰ ਹੁੰਦੀ ਆ। ਜਦੋਂ ਆਪਾਂ ਨਾਮ ਜਪਾਂਗੇ, ਬਾਣੀ ਪੜ੍ਹਾਂਗੇ, ਇਹਦੇ ਨਾਲ ਗੁਰਮੁਖੋ ਮਨ ਸਾਫ਼ ਹੁੰਦਾ ਤੇ ਮਨ ਨੂੰ ਮੈਲ ਕਿੰਨੀ ਕੁ ਲੱਗੀ ਆ, ਉਸ ਮੈਲ ਦੇ ਪ੍ਰਥਾਏ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹੂ ਖੰਡਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾਹੂ। ਜਨਮਾਂ ਜਨਮਾਂਤਰਾਂ ਦੀ ਵਕਾਰਾਂ ਦੀ ਮੈਲ ਸਾਡੇ ਮਨ ਨੂੰ ਲੱਗੀ ਆ। ਖੰਡਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾਹੂ। ਖੰਡਲੀ ਕਹਿੰਦੇ ਕੋਲੂ ਨੂੰ ਸਾਫ਼ ਕਰਨ ਵਾਲਾ ਕੱਪੜਾ। ਜੇਕਰ ਉਸ ਕੱਪੜੇ ਨੂੰ 100 ਵਾਰ ਪਾਣੀ ਵਿੱਚ ਭਿਉਂ ਕਰਕੇ ਸਾਬਣ ਸੋਢੇ ਸਰਫ ਦੇ ਨਾਲ ਯਤਨ ਕਰੀਏ ਸਾਫ਼ ਕਰਨ ਦਾ, ਤੇ ਗੁਰਮੁਖੋ ਤਾਂ ਵੀ ਸਾਫ਼ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜਾ ਸਾਡਾ ਮਨ ਆ, ਵਕਾਰਾਂ ਦੀ ਮੈਲ, ਆਸ਼ਾ ਤ੍ਰਿਸ਼ਨਾ ਦੀ ਮੈਲ, ਜਨਮਾਂ ਜਨਮਾਂਤਰਾਂ ਦੀ ਮੈਲ ਆ, ਇਹਨੂੰ ਲੱਗੀ ਹੋਈ ਆ। ਜਦੋਂ ਅਸੀਂ ਗੁਰੂ ਦੇ ਦਰ 'ਤੇ ਆ ਕਰਕੇ ਸੰਗਤ ਵਿੱਚ ਬੈਠਦੇ ਹਾਂ, ਐਸਾ ਨਾਮ ਨਿਰੰਜਨ ਹੋਏ, ਫਿਰ ਉਹ ਜੀਵ ਵੀ ਮਾਇਆ ਰੂਪੀ ਕਾਲਕ ਤੋਂ, ਮਾਇਆ ਰੂਪੀ ਮੈੜ ਤੋਂ ਰਹਿਤ ਹੋ ਜਾਂਦਾ ਹੈ। ਜੇ ਕੋ ਮਨ ਜਾਣੈ ਮਨ ਕੋਏ। ਜੇ ਕੋਈ ਮਨ ਦੇ ਵਿੱਚ ਮਨ ਕਰਕੇ ਜਾਣਨ ਦਾ ਯਤਨ ਕਰਦਾ ਨਾ, ਤੋ ਪਰਮੇਸ਼ਰ ਦਾ ਰੂਪ ਬਣ ਜਾਂਦਾ, ਉਹ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ। ਪਹਿਲਾ ਟਿੱਪੀ ਲਾ ਕੇ ਆ ਮਨ, ਇਹ ਨਾਮ ਹੈ ਮੰਨਣ ਦਾ, ਤੇ ਜਿਹੜਾ ਦੂਜਾ ਮਨ ਆ ਨਾ, ਸਿਹਾਰੀ ਲਾ ਕੇ ਉਹਦੇ ਉੱਪਰ ਟਿੱਪੀ ਨੇ, ਇਹ ਮਨ ਦਾ ਵਾਚਕ ਆ। ਜੇ ਕੋਈ ਮਨ ਦੇ ਵਿੱਚ ਜਾਣਨ ਦਾ ਯਤਨ ਕਰਦਾ ਨਾ, ਉਹ ਪਰਮੇਸ਼ਰ ਦਾ ਮਨ ਦੇ ਵਿੱਚ ਨਾਮ ਆ ਜਿਹੜਾ, ਉਹਨੂੰ ਮੰਨਣਾ ਕਰੇ। ਤੇ ਜਿਹੜਾ ਮੰਨਣ ਦਾ ਯਤਨ ਕਰਦਾ, ਉਹ ਪਰਮੇਸ਼ਰ ਦੇ ਨਿਜ ਸਰੂਪ ਦੀ
ਪ੍ਰਾਪਤੀ ਕਰ ਲੈਂਦਾ। ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਦਾਸ ਪਸੂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਤਰੁੱਟੀਆਂ ਜ਼ਰੂਰ ਹੋਈਆਂ ਹੋਣਗੀਆਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਗੁਰੂ ਕੀ ਖਾਲਸਾ ਸਾਧ ਸੰਗਤ ਨੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ। ਪੜ੍ਹੀ ਗੁਰਬਾਣੀ, ਕੀਰਤਨ, ਕਥਾ ਵਿਚਾਰ ਦਾ ਮਹਾਤਮ ਆਪਣੇ ਸਾਰੇ ਹੀ ਕਲਯੁਗ ਜੀਵਾਂ ਦੇ ਹਿਰਦਿਆਂ 'ਤੇ ਵਸਾਉਣ, ਤਾਂ ਕਿ ਆਪਣਾ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਆਪਾਂ ਸਾਰੇ ਪ੍ਰਾਪਤ ਕਰ ਸਕੀਏ ਜੀ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਵਾਹਿਗੁਰੂ ਜੀ।